ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ। ਇਹਦੇ ਵਿੱਚ ਆਪਾਂ ਜਿੱਥੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਤੇ ਘਟਨਾਵਾਂ ਦੀ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਰਲ ਪੰਜਾਬੀ ਦੇ ਵਿੱਚ ਜਿਹੜੇ ਆਮ ਸ਼ਬਦਾਂ ਦੇ ਵਿੱਚ ਜਿਹੜੇ ਅਮਰੀਕਨ ਇਮੀਗ੍ਰੇਸ਼ਨ ਦੇ ਜਿਹੜੇ ਨਿਊਜ਼ ਨੇ ਜਾਂ ਕੋਈ ਖਬਰਾਂ ਨੇ ਜਾਂ ਲਾਜ਼ ਨੇ ਉਹਨਾਂ ਨੂੰ ਤੁਹਾਨੂੰ ਐਕਸਪਲੇਨ ਕੀਤਾ ਜਾਵੇ। ਤੇ ਜਿਹੜੀਆਂ ਇੰਪੋਰਟੈਂਟ ਖਬਰਾਂ ਨੇ ਇਸ ਵੀਕ ਦੀਆਂ, ਸਭ ਤੋਂ ਇੰਪੋਰਟੈਂਟ ਖਬਰ ਜਿਹੜੀ ਆ ਉਹ ਹੈਗੀ ਆ ਇਮੀਗ੍ਰੈਂਟਸ ਬਾਰੇ ਜਿਹੜੇ ਕਿ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਤੇ ਜਿਨ੍ਹਾਂ ਨੂੰ ਆਪਾਂ ਇਲੀਗਲ ਇਮੀਗ੍ਰੈਂਟਸ ਵੀ ਕਹਿੰਦੇ ਆ। ਹੋਇਆ ਕਿ ਜਿਹੜਾ ਫਲੋਰੀਡਾ ਦਾ ਗਵਰਨਰ ਆ ਰੌਨ ਡੀ ਸੈਂਟਿਸ, ਉਹਨੇ ਸਪਟੈਂਬਰ 14 ਨੂੰ ਜਿਹੜੇ ਕੁਛ ਉੱਥੇ ਇਮੀਗ੍ਰੈਂਟਸ ਆਏ ਸੀ ਬਾਰਡਰ ਕ੍ਰਾਸ ਕਰਕੇ, ਉਹਨਾਂ ਨੂੰ 2 ਚਾਰਟਰ ਪਲੇਨ ਕਰਕੇ ਮਾਰਥਾਸ ਵਿਨਿਆਰਡ ਜੋ ਕਿ ਮੈਸਾਚੂਸੇਟ ਸਟੇਟ ਦੇ ਵਿੱਚ ਆ ਉੱਥੇ ਭੇਜਤਾ। ਤੇ ਇਹ ਜਿਹੜੇ ਇਮੀਗ੍ਰੈਂਟਸ ਆਏ ਸੀਗੇ ਇਹ ਜ਼ਿਆਦਾ ਵੈਨਜ਼ੂਏਲਾ ਤੋਂ ਆਏ ਸੀ ਤੇ ਇਹਨਾਂ ਨੇ USA ਐਂਟਰ ਕੀਤਾ ਸੀ ਟੈਕਸਸ ਤੋਂ। ਤੇ ਇਹਨਾਂ ਨੇ ਇਹ ਜਿਹੜੇ ਉੱਥੇ ਆਏ ਤੇ ਉਹਨਾਂ ਨੇ ਚੱਕ ਕੇ ਉਹਨੇ ਇਹ ਜਹਾਜ਼ 'ਚ ਬਿਠਾ ਕੇ 2 ਜਹਾਜ਼ਾਂ ਦੇ ਵਿੱਚ ਤੇ ਮਾਰਥਾਸ ਵਿਨਿਆਰਡ ਭੇਜ ਦਿੱਤੇ। ਤੇ ਉਦੋਂ ਬਾਅਦ ਜਿਹੜੇ ਟੈਕਸਸ ਦੇ ਗਵਰਨਰ ਹੈਗੇ ਆ ਗ੍ਰੈਗ ਐਬਟ, ਇਹਨੇ ਵੀ 2 ਚਾਰਟਰ ਬੱਸਾਂ ਕਰਕੇ 100 ਇਮੀਗ੍ਰੈਂਟ ਜਿਹੜੇ ਆ ਉਹ ਵਾਸ਼ਿੰਗਟਨ DC ਭੇਜਤੇ ਜਿਹੜੇ ਕਿ ਉੱਥੇ ਐਂਟਰ ਕੀਤੇ ਸੀਗੇ। ਤੇ ਇਹ ਵੀ ਵੈਨਜ਼ੂਏਲਾ ਤੋਂ ਸੀ ਤੇ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਉੱਥੇ ਪਹੁੰਚਾਤਾ। ਤੇ ਜੋ ਕਿ ਟੋਟਲੀ ਜਿਹੜੀ ਫੈਡਰਲ ਇਮੀਗ੍ਰੇਸ਼ਨ ਲਾਜ਼ ਨੇ ਉਹਨਾਂ ਦੀ ਜਿਹੜੀ ਹੈਗੀ ਵਾਇਲੇਸ਼ਨ ਆ, ਕਿਉਂਕਿ ਇਮੀਗ੍ਰੇਸ਼ਨ ਜਿਹੜਾ ਸਬਜੈਕਟ ਆ ਇਹ ਫੈਡਰਲ ਸਬਜੈਕਟ ਆ ਤੇ ਫੈਡਰਲ ਗੌਰਮੈਂਟ ਜਿਹੜੀ ਸੈਂਟਰਲ ਗੌਰਮੈਂਟ ਆ ਉਹੀ ਇਹ 'ਤੇ ਐਕਸ਼ਨ ਲੈ ਸਕਦੀ ਹੈ ਜਾਂ ਲਾਅ ਬਣਾ ਸਕਦੀ ਹੈ, ਕਿਉਂਕਿ ਜਿਹੜੀ US ਕਾਂਗਰਸ ਆ ਉਹਦੇ ਲਾਅ ਦੇ ਥੱਲੇ ਹੁੰਦਾ ਤੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਫੈਡਰਲ ਗੌਰਮੈਂਟ ਦਾ ਉਹ ਡੀਲ ਕਰਦਾ। ਸਟੇਟਾਂ ਜਿਹੜੀਆਂ ਨੇ ਉਹਨਾਂ ਕੋਲ ਇਸ ਕਿਸਮ ਦੇ ਅਧਿਕਾਰ ਨਹੀਂ ਹੈਗੇ ਕਿ ਉਹ ਇਮੀਗ੍ਰੈਂਟਸ ਨੂੰ ਇੱਥੋਂ ਕਿਸੇ ਹੋਰ ਸਟੇਟ 'ਚ ਭੇਜ ਸਕਣ ਤੇ ਜਾਂ ਉਹਨਾਂ ਨੂੰ ਇਹ ਕੋਈ ਇਸ ਤਰੀਕੇ ਦੇ ਨਾਲ ਜਿਹੜੀਆਂ ਆਪਣੀਆਂ ਜੇਲ੍ਹਾਂ 'ਚ ਬੰਦ ਕਰਨ। ਪਰ ਇਹ ਜੇ 2 ਗਵਰਨਰਾਂ ਨੇ ਕੀਤਾ, ਫਲੋਰੀਡਾ ਦੇ ਨੇ ਤੇ ਟੈਕਸਸ ਦੇ ਨੇ, ਇਹਦੀ ਕਾਫੀ ਜ਼ਿਆਦਾ ਇੱਥੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਸਰਕਲ ਦੇ ਵਿੱਚ ਨਿਖੇਧੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਪਲੱਸ ਇਹ ਜਿਹੜਾ ਐਕਟੀਵਿਟੀ ਸੀਗੀ ਇਹ ਗਲਤ ਸੀ, ਗੈਰ ਕਾਨੂੰਨੀ ਸੀ, ਕਿਉਂਕਿ ਫੈਡਰਲ ਗੌਰਮੈਂਟ ਦਾ ਜਿਹੜਾ ਅਧਿਕਾਰ ਖੇਤਰ ਆ ਵੀ ਕਿਹਨੂੰ ਕਿੱਥੇ ਲਿਜਾਣਾ ਜਾਂ ਉਹਨਾਂ ਨੂੰ ਡਿਟੇਨ ਕਰਨਾ। ਜਿਹੜੇ ਇਮੀਗ੍ਰੇਸ਼ਨ ਕੈਂਪ ਨੇ ਉਹ ਵੀ ਫੈਡਰਲ ਜਿਹੜੀਆਂ ਫੈਸਿਲਿਟੀਜ਼ ਨੇ, ਤੇ ਜਾਂ ਉਹਨਾਂ ਨੂੰ ਰਿਲੀਜ਼ ਕਰਨਾ ਉਹ ਵੀ ਆਈਸ ਕਰਦੀ ਆ। ਤੇ ਕਿਹਦੀ ਕਸਟਡੀ 'ਚ ਕਰਨਾ, ਜੇ ਕੋਈ ਗਰੰਟਰ ਹੈ ਜਾਂ ਕਿੱਥੇ ਭੇਜਣਾ। ਇਹਨੇ ਜਿਹੜੇ ਟੈਕਸਸ ਤੇ ਜਿਹੜਾ ਫਲੋਰੀਡਾ ਦਾ ਗਵਰਨਰ ਆ ਉਹਨਾਂ ਨੇ ਚੱਕ ਕੇ ਇਹਨਾਂ ਨੂੰ ਜਿਹੜੀਆਂ ਸਟੇਟਾਂ 'ਚ ਭੇਜਿਆ ਉਹਦਾ ਕੋਈ ਜਿਹੜਾ ਹੈਗਾ ਤੁੱਕ ਨਹੀਂ ਬਣਦੀ ਕਿ ਆਪਣੀ ਸਟੇਟ ਤੋਂ ਕੱਢ ਕੇ ਹੋਰ ਪਾਸੇ ਭੇਜਤਾ, ਉਹਦਾ ਕੋਈ ਜਿਹੜਾ ਹੈਗਾ ਰੈਲੇਵੈਂਸ ਨਹੀਂ। ਤੇ ਇਹਦੀ ਕਾਫੀ ਜ਼ਿਆਦਾ ਇੱਥੇ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਆ। ਤੇ ਇਹ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਜਿਹੜੇ ਹੁਣ ਐਰੀਜ਼ੋਨਾ ਦੇ ਗਵਰਨਰ ਨੇ ਉਹਨਾਂ ਬਾਰੇ ਵੀ ਖਬਰ ਆ ਰਹੀ ਹੈ ਕਿ ਉਹਨਾਂ ਨੇ 2000 ਬੰਦੇ ਜਿਹੜੇ ਨੇ ਆਪਣੀ ਸਟੇਟ ਦੇ ਵਿੱਚ ਜਿਹੜੇ ਕਿ ਉੱਥੋਂ ਕ੍ਰਾਸ ਕਰਕੇ ਆਉਂਦੇ ਆ ਬਾਰਡਰ, ਉਹਨਾਂ ਨੂੰ ਵਾਸ਼ਿੰਗਟਨ DC ਭੇਜਿਆ ਇੱਦਾਂ ਹੀ ਬੱਸਾਂ ਦੇ ਵਿੱਚ ਜਾਂ ਪਲੇਨਾਂ ਦੇ ਵਿੱਚ। ਸੋ ਇਹ ਇੱਕ ਕਿਸਮ ਦਾ ਜਿਹੜਾ ਹੈਗਾ ਉਹ ਠੀਕ ਨਹੀਂ, ਕਿਉਂਕਿ ਜਿਹੜੇ ਇਹਨਾਂ ਸਟੇਟਾਂ ਦੇ ਜਿਹੜੇ ਗਵਰਨਰ ਨੇ, ਚਾਹੇ ਐਰੀਜ਼ੋਨਾ ਹੋਵੇ, ਚਾਹੇ ਟੈਕਸਸ ਆ ਜਾਂ ਫਲੋਰੀਡਾ ਆ, ਉੱਥੇ ਕਿਉਂਕਿ ਬਾਰਡਰ ਸਟੇਟਾਂ ਨੇ ਉੱਥੋਂ ਇਮੀਗ੍ਰੈਂਟਸ ਆਉਂਦੇ ਆ ਤੇ ਉਹਨਾਂ ਨਾਲ ਇਸ ਕਿਸਮ ਦਾ ਜਿਹੜਾ ਵਿਹਾਰ ਕਰਨਾ ਉਹ ਸਹੀ ਨਹੀਂ ਮੰਨਿਆ ਜਾ ਰਿਹਾ ਕਿਸੇ ਤਰ੍ਹਾਂ ਵੀ। ਤੇ ਇਹ ਕਰਨ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜਾ ਉਹਨਾਂ ਨੇ ਭੇਜੇ ਆ ਉਹ ਟੈਕਸ ਪੇਅਰ ਦੇ ਮਨੀ ਨਾਲ ਭੇਜੇ ਆ। ਹੁਣ ਜਿਹੜਾ ਫਰਜ਼ ਕਰੋ ਟੈਕਸਸ ਦੇ ਜਿਹੜੇ ਗਵਰਨਰ ਨੇ ਚਾਰਟਰ ਪਲੇਨ ਕਰਕੇ ਭੇਜੇ ਨੇ, $12 ਮਿਲੀਅਨ ਉੱਤੇ ਖਰਚਾ ਆਇਆ। ਹੁਣ ਦੱਸੋ $12 ਮਿਲੀਅਨ ਟੈਕਸ ਪੇਅਰ ਜਿਹੜਾ ਉਹਦਾ ਖਰਚਾ ਕਰਕੇ ਪੈਸੇ ਦਾ ਉੱਥੇ ਭੇਜਤੇ। ਤੇ ਉਹ ਤਾਂ ਜਿਹੜੀ ਫੈਡਰਲ ਗੌਰਮੈਂਟ ਸੀਗੀ ਉਹ ਵੀ ਉਹਨੇ ਉੱਥੇ ਟੇਕਰ ਕਰਨ ਦੀ ਟੈਕਸਸ ਦੇ ਵਿੱਚ ਹੀ, ਤੇ ਵਾਸ਼ਿੰਗਟਨ DC ਉਹਨਾਂ ਨੂੰ ਭੇਜਣ ਦਾ ਕੀ ਦੱਸੋ ਰੈਲੇਵੈਂਸ ਬਣਦੀ ਸੀਗੀ। ਇਸ ਤਰ੍ਹਾਂ ਹੀ ਜਿਹੜਾ ਆਪਣਾ ਫਲੋਰੀਡਾ ਦਾ ਗਵਰਨਰ ਆ ਉਹਨੇ ਜਿਹੜੇ ਭੇਜੇ ਆ ਉਹਦੇ ਵਿੱਚ ਵੀ ਖਰਚਾ ਆਇਆ, ਉਹ ਟੈਕਸ ਪੇਅਰ ਮਨੀ ਦਾ ਖਰਚਾ ਆਇਆ। ਤੇ ਹੁਣ ਜਿਹੜਾ ਟੈਕਸਸ ਦੇ ਵਿੱਚ ਇੱਕ ਕਾਊਂਟੀ ਸ਼ੈਰਿਫ ਹੈ ਉਹਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਖੋਲ੍ਹਤੀ ਆ ਕਿ ਇਹ ਜਿਹੜੀਆਂ ਸਟੇਟ ਦੀਆਂ ਚਾਰਟਰ ਫਲਾਈਟਾਂ ਗਈਆਂ ਸੀਗੀਆਂ ਸੈਨ ਐਂਟੋਨੀਓ ਤੋਂ ਫਲੋਰੀਡਾ ਤੇ ਫਿਰ ਮਾਰਥਾਸ ਵਿਨਿਆਰਡ ਅੱਗੇ ਉਹ ਉੱਥੇ ਪਹੁੰਚਾਇਆ, ਇਹ ਕਿਹਦੀ ਪਰਮਿਸ਼ਨ ਨਾਲ ਪਹੁੰਚਾਇਆ ਗਿਆ ਤੇ ਕਿਉਂ ਪਹੁੰਚਾਇਆ ਗਿਆ, ਤੇ ਜਿਹੜਾ ਟੈਕਸ ਪੇਅਰ ਦਾ ਜਿਹੜਾ ਪੈਸਾ ਉਹ ਇਹਨਾਂ 'ਤੇ ਕਿਉਂ ਲਾਇਆ ਗਿਆ, ਕੀ ਇਹਦੀ ਜਿਹੜੀ ਹੈਗੀ ਤੁੱਕ ਬਣਦੀ ਹੈ ਲਾਉਣ ਦੀ। ਤੇ ਇਹਦੇ 'ਚ ਕਈ ਜਿਹੜੇ ਸੈਲਮ ਸੀਕਰ ਨੇ ਜਿਹੜੇ ਕਿ ਵੈਨਜ਼ੂਏਲਾ ਤੋਂ, ਜਿਨ੍ਹਾਂ ਨੂੰ ਕਿ ਮਾਰਥਾਸ ਵਿਨਿਆਰਡ ਭੇਜਿਆ ਸੀ ਫਲੋਰੀਡਾ ਦੇ ਗਵਰਨਰ ਨੇ, ਉਹਨਾਂ ਨੇ ਲਾਅ ਸੂਟ ਫਾਈਲ ਕੀਤਾ ਗਵਰਨਰ ਦੇ ਖਿਲਾਫ। ਤੇ ਉਹ ਸੂਟ ਜਿਹੜਾ ਹੈਗਾ ਕੇਸ ਉਹ ਲੈਜ ਕਰਦਾ ਕਿ ਇਹ ਜਿਹੜੇ ਗਵਰਨਰ ਦੇ ਆਫਿਸ ਦੇ ਵਿੱਚ
ਬੰਦੇ ਕੁਝ ਕੰਮ ਕਰਦੇ ਨੇ, ਉਹਦੇ ਆਫਿਸਰਸ, ਉਹਨਾਂ ਨੇ ਸਾਨੂੰ ਜਿਹੜਾ ਹੈਗਾ ਉਹ ਗਲਤ ਤਰੀਕੇ ਦੇ ਨਾਲ ਉੱਥੇ ਮਾਰਥਾਸ ਵਿਨੇਯਾਰਡ ਜਿਹੜਾ ਹੈਗਾ ਮੈਸਾਚੂਸਟ ਦੇ ਵਿੱਚ ਭੇਜਿਆ, ਸਾਡੀ ਕੰਸੈਂਟ ਤੋਂ ਬਿਨਾਂ ਭੇਜਿਆ ਤੇ ਸਾਨੂੰ ਦੱਸੇ ਬਿਨਾਂ ਭੇਜਿਆ ਵੀ ਕਿਉਂ ਭੇਜ ਰਹੇ ਆ, ਕਿੱਥੇ ਭੇਜ ਰਹੇ ਆ। ਹੁਣ ਇਹਦੇ ਬਾਰੇ ਜਿਹੜਾ ਕੇਸ ਆ ਇਹ ਕੋਰਟਾਂ ਜਾਏਗਾ ਤੇ ਜਿਹੜੀਆਂ ਕੋਰਟਾਂ ਹੈਗੀਆਂ ਉਹ ਡਿਸਾਈਡ ਕਰਨਗੀਆਂ। ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਇਹ 3 ਸਟੇਟਾਂ ਦੇ ਗਵਰਨਰ ਨੇ, ਜਿਹੜੇ ਉੱਥੇ ਕੋਈ ਇਮੀਗ੍ਰੈਂਟਸ ਆਉਂਦੇ ਆ ਉਹਨਾਂ ਦੇ ਹੱਥ ਲੱਗ ਜਾਂਦੇ ਆ ਸਟੇਟ ਪੁਲਿਸ ਦੇ ਜਾਂ ਇਸ ਤਰ੍ਹਾਂ, ਉਹਨਾਂ ਨੂੰ ਉਹ ਚਾਰਟਰ ਫਲਾਈਟਾਂ ਕਰਕੇ ਜਾਂ ਬੱਸਾਂ ਕਰਕੇ ਤੇ ਹੋਰਾਂ ਸਟੇਟਾਂ ਵਿੱਚ ਭੇਜ ਦਿੰਦੇ ਨੇ, ਜੋ ਕਿ ਜਿਹੜੀ ਕਿ ਫੈਡਰਲ ਲਾਅ ਆ ਉਹਦੀ ਵਾਇਲੇਸ਼ਨ ਆ। ਉਹ ਇਹ ਨਹੀਂ ਅਲਾਉ ਕਰਦਾ, ਕਿਉਂਕਿ ਜਿਹੜਾ ਇਮੀਗ੍ਰੈਂਟਸ ਨਾਲ ਡੀਲ ਕਰਨਾ, ਚਾਹੇ ਉਹ ਲੀਗਲ ਤਰੀਕੇ ਨਾਲ ਆਉਣ ਚਾਹੇ ਇਲੀਗਲ ਤਰੀਕੇ ਨਾਲ ਆਉਣ, ਉਹ ਫੈਡਰਲ ਗੌਰਮੈਂਟ ਦਾ ਸਬਜੈਕਟ ਆ, ਨਾ ਕਿ ਸਟੇਟ ਗੌਰਮੈਂਟ ਦਾ ਅਮਰੀਕਾ ਦੇ ਵਿੱਚ। ਇਹ ਤਾਂ ਸੀ ਜੀ ਇਹ ਖਬਰ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਹੈਗੀ ਆ ਕਿ ਜਿਹੜਾ ਇੱਕ ਲਾਅ ਸੂਟ ਸਰਕਾਰ ਦੇ ਖਿਲਾਫ ਕੀਤਾ ਸੀਗਾ ਕਈ ਸਟੇਟਾਂ ਨੇ, ਕਿ ਜਿਹੜੀਆਂ ਇਹਨਾਂ ਨੇ ਇਮੀਗ੍ਰੇਸ਼ਨ ਪ੍ਰਾਇਓਰਟੀਜ਼ ਸੈੱਟ ਕੀਤੀਆਂ ਨੇ ਕਿ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ, ਉਹ ਕੇਸ ਜਿਹੜਾ ਹੈਗਾ ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਚਲਿਆ ਗਿਆ। ਉਹਦਾ ਨਾਂ ਹੈਗਾ ਯੂਨਾਈਟਿਡ ਸਟੇਟਸ ਵਰਸਸ ਟੈਕਸਸ। ਤੇ ਉਹਦੇ ਵਿੱਚ ਕਈ ਜਿਹੜੀਆਂ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪਸ ਨੇ ਉਹਨਾਂ ਨੇ ਆਪਣੀ ਐਮਿਕਸ ਬਰੀਫ ਜਿਹੜੀ ਆ ਉਹ ਫਾਈਲ ਕੀਤੀ ਆ। ਤੇ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਯੂਨਾਈਟਿਡ ਸਟੇਟਸ ਵਰਸਸ ਟੈਕਸਸ, Supreme Court will review a challenge brought by Texas and Louisiana to the U.S. Department of Homeland Security's attempt to set immigration enforcement priorities. Texas and Louisiana claim that they object to the increased costs that come with the policy, but their motivations are clear: keep immigrants out of their states. So ਇਹ ਜਿਹੜੀ 2 ਸਟੇਟਾਂ ਨੇ ਟੈਕਸਸ ਤੇ ਲੂਜ਼ੀਆਨਾ, ਇਹਨਾਂ ਨੇ ਜਿਹੜੀ ਇਹ ਸਰਕਾਰ ਬਾਈਡਨ ਸਰਕਾਰ ਦੀ ਨੀਤੀ ਸੀਗੀ ਕਿ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ, ਉਹਨਾਂ ਨੇ ਇੱਕ ਇਹ ਆਪਣਾ ਜਿਹੜੀ ਪਾਲਿਸੀ ਬਣਾਈ ਸੀ ਵੀ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਜਾਂ ਜਿਹੜੇ ਬੰਦਿਆਂ ਦਾ ਜਿਹੜੀ ਅਮਰੀਕਾ ਦੀ ਜਿਹੜੀ ਇੰਟਰਨਲ ਜਿਹੜੀ ਇੱਥੋਂ ਦੀ ਲਾਅ ਐਨਫੋਰਸਮੈਂਟ ਆ ਉਹਦੇ ਨਾਲ ਕੋਈ ਕਨਫਲਿਕਟ ਨਹੀਂ ਆ, ਤੇ ਜਾਂ ਉਹ ਬੰਦੇ ਜਿਹੜੇ ਨੇ ਜਿਨ੍ਹਾਂ ਦਾ ਕਿ ਜਿਹੜੀ ਅਮਰੀਕਨ ਸਰਕਾਰ ਦੀ ਜਿਹੜੀ ਨੀਤੀ ਹੈਗੀ ਆ ਫੋਰਨ ਪਾਲਿਸੀ ਆ, ਜਿਵੇਂ ਕਿ ਇਹ ਖਿਲਾਫ ਨੇ ਟੈਰਰਿਜ਼ਮ ਵਗੈਰਾ ਦੇ, ਉਹਨਾਂ ਨਾਲ ਕੋਈ ਇਨਵੋਲਵਮੈਂਟ ਨਹੀਂ ਵੀ ਜਿਹੜੇ ਬੰਦੇ ਟੈਰਰਿਸਟ ਐਕਟੀਵਿਟੀ ਹਿੱਸਾ ਨਹੀਂ ਲੈਂਦੇ। ਤੇ ਜਿਹੜੇ ਬੰਦੇ ਨਵੰਬਰ 2020 ਤੋਂ ਪਹਿਲਾਂ ਦੇ ਆਏ ਆ ਉਹਨਾਂ ਬੰਦਿਆਂ ਨੂੰ ਡਿਪੋਰਟ ਨਹੀਂ ਕੀਤਾ ਜਾਊਗਾ, ਸਿਰਫ ਉਹੀ ਬੰਦੇ ਡਿਪੋਰਟ ਕੀਤੇ ਜਾਣਗੇ ਜਿਹੜੇ ਰੀਸੈਂਟ ਆਏ ਨੇ ਨਵੰਬਰ 2020 ਤੋਂ ਬਾਅਦ, ਜਾਂ ਜਿਹੜੇ ਬੰਦਿਆਂ ਦੇ ਇੱਥੇ ਕ੍ਰਿਮੀਨਲ ਰਿਕਾਰਡ ਨੇ ਜੋ ਕਿ ਇੱਥੇ ਲੋਕਲ ਜਿਹੜੀਆਂ ਕਮਿਊਨਿਟੀਜ਼ ਨੂੰ ਥ੍ਰੈਟ ਨੇ ਜਾਂ ਲਾਅ ਐਨਫੋਰਸਮੈਂਟ ਨੂੰ, ਜਾਂ ਉਹ ਬੰਦੇ ਜਿਨ੍ਹਾਂ ਦਾ ਕਿ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਸੰਬੰਧ ਆ। ਇਸ ਤੋਂ ਇਲਾਵਾ ਜਿਹੜੇ ਬਾਕੀ ਬੰਦਿਆਂ ਨੂੰ ਡਿਪੋਰਟ ਨਹੀਂ ਕੀਤਾ ਜਾਊਗਾ। ਇਹ ਬਣਾਈ ਸੀ ਨੀਤੀ, ਜੋ ਕਿ ਜਿਹੜੀ ਪਿਛਲੀ ਸਰਕਾਰ ਸੀ ਟਰੰਪ ਦੀ ਨੀਤੀ ਦੇ ਬਿਲਕੁਲ ਉਲਟ ਸੀ। ਉਹਦੀ ਨੀਤੀ ਇਹ ਸੀ ਵੀ ਜਿਹਦੇ ਖਿਲਾਫ ਵੀ ਡੈਪੂਟੇਸ਼ਨ ਲੱਗੀ ਉਹਨੂੰ ਡਿਪੋਰਟ ਕਰੋ, ਚਾਹੇ ਕ੍ਰਿਮੀਨਲ ਰੈਕਡ ਹੈ ਜਾਂ ਨਹੀਂ ਆ। ਇਸ ਨੀਤੀ ਨੂੰ ਚੈਲੰਜ ਕੀਤਾ ਟੈਕਸਸ ਤੇ ਲੂਜ਼ੀਆਨਾ ਸਟੇਟਾਂ ਨੇ, ਤੇ ਉਹ ਕੇਸ ਹੁੰਦਾ ਹੁਣ ਪਹੁੰਚ ਗਿਆ US ਸੁਪਰੀਮ ਕੋਰਟ ਕੋਲ। ਕੇਸ ਦਾ ਨਾਮ ਹੈਗਾ ਯੂਨਾਈਟਿਡ ਸਟੇਟਸ ਵਰਸਸ ਟੈਕਸਸ, ਤੇ ਇਹਦੇ ਵਿੱਚ ਹੁਣ ਜਿਹੜਾ ਹੈਗਾ ਉਹ ਇਹਦੀ ਸੁਣਵਾਈ ਹੋਏਗੀ ਤੇ ਉਹ ਹੁਣ ਸੁਪਰੀਮ ਕੋਰਟ ਡਿਸਾਈਡ ਕਰੇਗੀ ਕਿ ਕੀ ਜਿਹੜੀ ਸਰਕਾਰ ਆ ਉਹ ਆਪਣੀ ਇਹ ਪ੍ਰਾਇਓਰਟੀ ਸੈੱਟ ਕਰ ਸਕਦੀ ਹੈ ਕਿ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ, ਕਿ ਇਹਦੇ 'ਚ ਕੀ ਜਿਹੜਾ ਹੈਗਾ ਉਹ ਫੈਸਲਾ ਕੋਰਟ ਕਰਦੀ ਹੈ, ਦੇਖਣ ਵਾਲਾ ਹੋਏਗਾ। ਇਹਦਾ ਬੈਕਗਰਾਊਂਡ ਇਹ ਆ ਕਿ ਸਤੰਬਰ 2021 ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ ਉਹਨਾਂ ਨੇ ਇੱਕ ਮੈਮੋ ਇਸ਼ੂ ਕੀਤਾ ਸੀਗਾ ਕਿ ਇਨਫੋਰਸਮੈਂਟ ਜਿਹੜੀ ਹੈਗੀ ਆ ਉਹ ਕਿਹਨੂੰ ਫੜਿਆ ਜਾਊਗਾ ਕਿਹਨੂੰ ਨਹੀਂ ਫੜਿਆ ਜਾਊਗਾ, ਜਿਹਦੇ ਬਾਰੇ ਮੈਂ ਦੱਸ ਕੇ ਹਟਿਆ ਕਿ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਬੰਦਿਆਂ ਨੂੰ ਅਸੀਂ ਡਿਪੋਰਟ ਕਰਾਂਗੇ ਤੇ ਇਹਨਾਂ ਨੂੰ ਨਹੀਂ ਕਰਾਂਗੇ। ਤੇ ਟੈਕਸਸ ਤੇ ਲੂਜ਼ੀਆਨਾ ਨੇ ਇਹ ਸੂ ਕੀਤਾ। ਇਹ ਜਿਹੜਾ ਕੇਸ ਹੈਗਾ ਇਹ ਕੋਰਟ 'ਚ ਗਿਆ ਤੇ ਜੂਨ 2022 ਦੇ ਵਿੱਚ ਇੰਜੰਕਸ਼ਨ ਜਿਹੜੀ ਆ ਉਹ ਜਾਰੀ ਕੀਤੀ। ਲੋਕਲ ਕੋਰਟ ਨੇ ਇਹਨੂੰ ਸਟੇ ਕੀਤਾ, ਇਹ ਜਿਹੜੀ ਇਨਫੋਰਸਮੈਂਟ ਨੂੰ। ਇਹ ਤੋਂ ਬਾਅਦ ਇਹ ਕੇਸ ਗਿਆ 5th ਸਰਕਟ 'ਚ। 5th ਸਰਕਟ ਨੇ ਵੀ ਕਿਹਾ ਵੀ ਜਿਹੜੀ ਲੋਕਲ ਕੋਰਟ ਆ ਉਹਦਾ ਫੈਸਲਾ ਠੀਕ ਆ ਕਿ ਜਿਹੜੀ ਸਰਕਾਰ ਆ ਉਹਦੇ ਕੋਲ ਕੋਈ ਹੱਕ ਨਹੀਂ ਹੈਗਾ ਇਨਫੋਰਸਮੈਂਟ ਆਪਣੀ ਜਿਹੜੀ ਹੈਗੀ ਆ ਉਹ ਪਾਲਿਸੀ ਬਣਾਉਣ ਦਾ ਵੀ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ। ਇਹ ਸਰਕਾਰ ਫੈਸਲਾ ਨਹੀਂ ਕਰ ਸਕਦੀ। ਜਿਹਦੇ ਖਿਲਾਫ ਡੈਪੂਟੇਸ਼ਨ ਲੱਗੀ ਆ ਉਹਨੂੰ ਡਿਪੋਰਟ ਕਰੋ, ਚਾਹੇ ਉਹਦਾ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ। ਫਿਰ ਇਹ ਕੇਸ ਚੱਲ ਗਿਆ ਜੀ ਸੁਪਰੀਮ ਕੋਰਟ ਦੇ ਕੋਲ, ਤੇ ਸੁਪਰੀਮ ਕੋਰਟ ਨੇ ਹੁਣ ਕੇਸ ਜਿਹੜਾ ਸੁਣਨਾ ਦਸੰਬਰ 2022 ਆਹ ਸਾਲ ਦਸੰਬਰ ਦੇ ਵਿੱਚ ਇਹਦਾ ਫੈਸਲਾ ਹੋਣਾ। ਤੇ ਇਹਦੇ ਵਿੱਚ ਇਹ ਫੈਸਲਾ ਹੋਊਗਾ ਕਿ ਕੀ ਜਿਹੜੀ ਸਰਕਾਰ ਆ ਉਹ ਨੀਤੀ ਬਣਾ ਸਕਦੀ ਆ, ਜਿਹੜੀ ਫੈਡਰਲ ਗੌਰਮੈਂਟ ਆ ਨੀਤੀ ਬਣਾ ਸਕਦੀ ਹੈ ਵੀ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ,
ਕਿ ਜਾਂ ਉਹਨੂੰ ਜਿਹੜੇ ਖਿਲਾਫ ਵੀ ਡੈਪੂਟੇਸ਼ਨ ਲੱਗੀ ਹੈ, ਚਾਹੇ ਉਹਦਾ ਕੋਈ ਕ੍ਰਿਮੀਨਲ ਰੈਕਡ ਹੈ ਜਾਂ ਨਹੀਂ, ਚਾਹੇ ਪੁਰਾਣਾ ਹੀ ਆਇਆ, ਉਹਨੂੰ ਡਿਪੋਰਟ ਕਰਨਾ ਹੀ ਪਏਗਾ। ਇਹ ਸੁਪਰੀਮ ਕੋਰਟ ਜਿਹੜੀ ਆ ਇਹ ਇਹਦੇ ਤੇ ਡਿਸਾਈਡ ਕਰੇਗੀ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਜੀ ਇਸ ਵੀਕ ਦੀ, ਉਹ ਹੈਗੀ ਆ ਸਰਕਾਰ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈਗੀ ਆ ਇਹ ਕੰਸੀਡਰ ਕਰ ਰਹੀ ਆ ਕਿ $multi-million ਪੇ ਆਊਟ ਪੈਸੇ ਦੇਣੇ ਉਹਨਾਂ ਫੈਮਲੀਜ਼ ਨੂੰ ਜਿਹੜੀਆਂ ਕਿ ਬਾਰਡਰ ਤੇ ਸਪਰੇਟ ਪਹਿਲਾਂ ਕੀਤੀਆਂ ਗਈਆਂ ਸੀ ਕਿਸੇ ਟਾਈਮ ਤੇ, ਜਦੋਂ ਟਰੰਪ ਪ੍ਰੈਜ਼ੀਡੈਂਟ ਹੁੰਦਾ ਸੀ ਉਦੋਂ ਜਿਹੜੇ ਬੱਚਿਆਂ ਤੋਂ ਮਾਂ-ਬਾਪ ਵੱਖਰੇ ਕੀਤੇ, ਉਹਨਾਂ ਨੂੰ ਕੁਝ ਜਿਹੜੀ ਕੰਪਨਸੇਸ਼ਨ ਦੇਣ ਬਾਰੇ ਸਰਕਾਰ ਸੋਚ ਰਹੀ ਆ। ਤੇ ਇਹਦੇ 'ਚ ਇਹ ਜਿਹੜੀ ਕੰਪਨਸੇਸ਼ਨ ਦੀ ਅਮਾਊਂਟ ਆ, ਜੇ ਉਹ ਅਪਰੂਵ ਹੋ ਜਾਂਦੀ ਆ, ਉਹ ਹੋਏਗੀ $4,50,000 ਪਰ ਪਰਸਨ। ਤੇ ਇਹ ਰਿਕਾਰਡ ਇਹ ਆ ਵੀ 3,900 ਬੱਚੇ ਆਪਣੇ ਮਾਂ-ਬਾਪ ਤੋਂ ਸੈਪਰੇਟ ਕੀਤੇ ਗਏ ਟਰੰਪ ਦੇ ਕਾਰਜਕਾਲ ਦੌਰਾਨ, ਜਿਨ੍ਹਾਂ ਨੂੰ ਕਿ ਅੱਡ ਕੀਤਾ ਗਿਆ ਮਾਂ-ਬਾਪ ਤੋਂ, ਤੇ ਉਹਨਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਗਿਆ। ਇਹ ਜਿਹੜੇ ਬੱਚੇ ਹੈਗੇ ਆ ਇਹ US ਮੈਕਸੀਕੋ ਬਾਰਡਰ ਤੋਂ ਇਹਨਾਂ ਨੇ ਕ੍ਰਾਸ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ 2018 ਦੇ ਵਿੱਚ। ਤੇ ਉਦੋਂ ਜਿਹੜੀ ਸਰਕਾਰ ਦੀ ਨੀਤੀ ਇਹ ਸੀ ਵੀ ਜ਼ੀਰੋ ਟੋਲਰੈਂਸ, ਵੀ ਇਹ ਸਾਰੇ ਡਿਪੋਰਟ ਕਰੋ। ਮਾਂ-ਬਾਪ ਨੂੰ ਬੱਚਿਆਂ ਤੋਂ ਵੱਖ ਕੀਤਾ ਗਿਆ, ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਬੱਚੇ ਕਿੱਥੇ ਆ। ਤੇ ਉਹ ਇਹ ਵੀ ਆਇਆ ਵੀ ਉੱਥੇ ਕਾਫੀ ਹਿਊਮਨ ਰਾਈਟ ਅਬਿਊਜ਼ਸ ਹੋਏ ਤੇ ਕਾਫੀ ਜਿਹੜੇ ਪੇਰੈਂਟਸ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੱਥੋਂ ਵਾਪਸ। ਤੇ ਉਹ ਜਿਹੜੀ ਸੀਗੀ ਨੀਤੀ, ਉਹਨੂੰ ਇਹ ਸਰਕਾਰ ਨੇ ਆ ਕੇ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਿਵਰਸ ਕੀਤਾ। ਇਹਨਾਂ ਨੇ ਕਾਫੀ ਪੇਰੈਂਟਸ ਨੂੰ, ਬੱਚਿਆਂ ਨੂੰ ਜਿਹੜੀ ਮਿਲਾਉਣ ਦੀ ਕੋਸ਼ਿਸ਼ ਵੀ ਕੀਤੀ, ਸਫਲ ਵੀ ਹੋਏ। ਸੋ ਕਾਫੀ ਇਹਨਾਂ ਨੇ ਜਿਹੜੇ ਪੇਰੈਂਟਸ ਸੀ ਉਹਨਾਂ ਨੂੰ ਲੱਭ ਕੇ ਲਿਆ ਕੇ ਬੱਚਿਆਂ ਨਾਲ ਮਿਲਾਇਆ। ਤੇ ਹੁਣ ਸਰਕਾਰ ਜਿਹੜੀ ਆ ਉਹ ਇਹ ਕਰ ਰਹੀ ਆ ਕਿ ਇਹਨਾਂ ਨੂੰ ਜਿਹੜੀ ਮੋਨਿਟਰੀ ਕੰਪਨਸੇਸ਼ਨ ਦਿੱਤੀ ਜਾਵੇ, ਜਿਨ੍ਹਾਂ ਦਾ ਕਿ ਇਸ ਕਿਸਮ ਦਾ ਨੁਕਸਾਨ ਹੋਇਆ ਤੇ ਉਹਨਾਂ ਨੂੰ ਜਿਹੜਾ ਇਸ ਕਿਸਮ ਦਾ ਜਿਹੜਾ ਟੌਰਚਰ ਹੈਗਾ, ਮੈਂਟਲ ਟੌਰਚਰ, ਉਹਦਾ ਸਾਹਮਣਾ ਕਰਨਾ ਪਿਆ ਵੀ ਬੱਚਿਆਂ ਨੂੰ ਮਾਂ-ਬਾਪ ਤੋਂ ਅਲੱਗ ਕੀਤਾ ਗਿਆ। ਸੋ ਇਹ ਹੁਣ ਦੇਖੋ ਜੇ ਅਪਰੂਵ ਹੁੰਦਾ ਤਾਂ ਸਰਕਾਰ ਇਹ ਕਹਿ ਰਹੀ ਹੈ ਵੀ $4,50,000 ਪਰ ਬੱਚੇ ਨੂੰ। ਪਰ ਇਹ ਹਰੇਕ ਕੇਸ 'ਚ ਨਹੀਂ ਆ, ਇਹ ਉਹਨਾਂ ਕੇਸਾਂ 'ਚ ਹੀ ਆ ਜਿਹੜੇ ਕਿ ਟਰੰਪ ਦੇ ਕਾਰਜਕਾਲ ਦੌਰਾਨ ਬੱਚੇ ਮਾਂ-ਬਾਪ ਤੋਂ ਵੱਖ ਕੀਤੇ ਗਏ ਸੀ। ਤੇ ਉਹ ਨੀਤੀ ਜਿਹੜੇ ਉਹ ਬਕਾਇਦਾ ਕੇਸ ਆਇਡੈਂਟੀਫਾਈਡ ਨੇ ਵੀ ਕਿਹੜੇ ਕੇਸ ਨੇ, ਉਹਨਾਂ 'ਚ ਕੰਪਨਸੇਸ਼ਨ ਮਿਲੂਗੀ। ਹੋਰਾਂ ਕੇਸਾਂ ਦੇ ਵਿੱਚ ਇਹ ਕੋਈ ਕੰਪਨਸੇਸ਼ਨ ਨਹੀਂ ਮਿਲੇਗੀ। ਇਹ ਤੋਂ ਇਲਾਵਾ ਜਿਹੜੀ ਖਬਰ ਹੈ ਜੀ ਉਹ ਇਹ ਹੈਗੀ ਆ ਕਿ ਹੁਣ ਜਿਹੜੇ ਕੇਸਿਸ ਹੈਗੇ ਆ, ਖਾਸ ਕਰਕੇ ਗ੍ਰੀਨ ਕਾਰਡ ਦੇ ਜਾਂ ਸਿਟੀਜ਼ਨਸ਼ਿਪ ਦੇ ਜਿਹੜੀਆਂ ਇੱਥੇ ਇੰਟਰਵਿਊਜ਼ ਵਗੈਰਾ ਹੁੰਦੀਆਂ, ਉਹ ਥੋੜ੍ਹਾ ਫਾਸਟ ਹੋਇਆ ਅੱਗੇ ਨਾਲੋਂ। ਸਰਕਾਰ ਨੇ ਥੋੜ੍ਹੀ ਜਿਹੀ ਤੇਜ਼ੀ ਲਿਆਂਦੀ ਆ ਤੇ ਹੁਣ ਦੇਖੋ ਕਿੰਨੀ ਕੁ ਇਹਦੀ ਜਿਹੜੀ ਹੈਗੀ ਆ ਉਹ ਹੋਰ ਜ਼ਿਆਦਾ ਫਾਸਟ ਹੁੰਦਾ। ਤੇ ਦੂਸਰੀ ਸਾਡੀ ਜਿਹੜੀ ਮੁਹਿੰਮ ਹੈਗੀ ਆ ਕਿ ਐਮਬੈਸੀ ਨੂੰ ਮੂਵ ਕੀਤਾ ਜਾਵੇ ਬੰਬੇ ਤੋਂ ਦਿੱਲੀ, ਉਹ ਵੀ ਜਾਰੀ ਆ। ਉਹਦੇ ਵਿੱਚ ਵੀ ਜਿਹੜੀ ਕਾਮਯਾਬੀ ਹੋ ਸਕਦਾ ਮਿਲ ਜੇ, ਉਹ ਮੈਂ ਜਾਣਕਾਰੀ ਦਊਂਗਾ ਜਦੋਂ ਵੀ ਹੋਇਆ। ਅਸੀਂ ਕਾਫੀ ਦੇਰ ਤੋਂ ਉੱਤੇ ਵੀ ਲੱਗੇ ਹੋਏ ਆ ਕਿ ਉਹ ਜਿਹੜਾ ਹੈਗਾ ਸਾਡਾ ਉਪਰਾਲਾ ਕਾਮਯਾਬ ਹੋਵੇ ਤਾਂ ਕਿ ਇੰਟਰਵਿਊਜ਼ ਵਗੈਰਾ ਜਿਹੜੀਆਂ ਹੈਗੀਆਂ ਉਹ ਫਾਸਟ ਹੋ ਸਕਣ। ਪਰ ਜਿਹੜਾ ਵਿਜ਼ਟਰ ਵੀਜ਼ਾ, ਉਹਦੀਆਂ ਅਜੇ ਵੀ ਡੇਟਾ ਜਿਹੜੀਆਂ ਨੇ ਇੰਟਰਵਿਊਜ਼ ਦੀਆਂ ਉਹ ਜਲਦੀ ਨਹੀਂ ਮਿਲ ਰਹੀਆਂ। ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਆ, ਬਹੁਤ ਟਾਈਮ ਉਹਨੂੰ ਲੱਗ ਰਿਹਾ ਉਹ ਡੇਟਾ ਨੂੰ ਲੈਣ ਲਈ। ਤੇ ਲੇਕਿਨ ਕਈ ਕੇਸਾਂ ਦੇ ਵਿੱਚ ਅਸੀਂ ਡੇਟਾ ਲੈਣ 'ਚ ਸਫਲ ਹੋਏ ਹਾਂ ਜਲਦੀ, ਪਰ ਜਿਨ੍ਹਾਂ ਵਿੱਚ ਖਾਸ ਕਰਕੇ ਓਲਡ ਜਿਹੜੇ ਬੰਦੇ ਸੀ, ਖਾਸ ਕਰਕੇ ਪੇਰੈਂਟ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਿਲਣਾ ਸੀ ਇਸ ਕਿਸਮ ਦਾ। ਪਰ ਆਮ ਤੌਰ 'ਤੇ ਜਿਹੜੀ ਵੇਟ ਆ ਬਹੁਤ ਲੰਬੀ ਆ, ਕਈ ਥਾਵਾਂ 'ਤੇ ਸਾਲ 1.5 ਸਾਲ ਦੀ ਵੀ ਵੇਟ ਜਿਹੜੀ ਆ ਉਹ ਹੈਗੀ ਆ। ਸੋ ਇਹ ਤਾਂ ਸੀ ਜੀ ਇੰਪੋਰਟੈਂਟ ਖਬਰਾਂ ਇਸ ਵੀਕ ਦੀਆਂ। ਤੇ ਇਹਦੇ ਨਾਲ ਹੀ ਤੁਹਾਡੇ ਹੁਣ ਜਿਹੜੇ ਸਵਾਲਾਂ ਦੇ ਜਵਾਬ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਸਵਾਲ ਜਿਹੜਾ ਹੈਗਾ ਜੀ ਉਹ ਇਹ ਆ ਕਿ ਉਹ ਇਹ ਕਹਿ ਰਹੇ ਆ ਕਿ ਤੁਹਾਡਾ ਬੜਾ ਧੰਨਵਾਦ ਹੈ ਜੀ ਕਿ ਤੁਸੀਂ ਇਸ ਕਿਸਮ ਦਾ ਸਾਨੂੰ ਜਿਹੜਾ ਹੈਗਾ ਉਹ ਜਿਹੜਾ ਪ੍ਰੋਗਰਾਮ ਕਰਦੇ ਹੋ ਤੇ ਸਾਨੂੰ ਇਹਦੇ 'ਚ ਬੜਾ ਫਾਇਦਾ ਹੁੰਦਾ। ਤੇ ਦੇਖੋ ਜੀ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਵੀ ਵੱਧ ਤੋਂ ਵੱਧ ਮੈਂ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਇੱਕ ਮੈਂ ਇੱਥੇ ਇਹ ਗੱਲ ਕਹਿਣੀ ਆ ਕਿ ਸਾਡੀ ਕੋਈ ਹੈਲਪਲਾਈਨ ਨਹੀਂ ਹੈਗੀ। ਜਿਹੜਾ ਆਹ ਬੰਦੇ ਕੋਈ ਹੈਲਪਲਾਈਨ ਚਲਾ ਰਹੇ ਆ ਇਹ ਟੋਟਲੀ ਫੇਕ ਆ। ਤੇ ਤੁਹਾਨੂੰ ਕਿਸੇ ਨੂੰ ਜਿਹੜੀ ਆ ਹੈਲਪਲਾਈਨ ਆ ਕੋਈ ਇਹ 'ਤੇ ਜਾਣ ਦੀ ਲੋੜ ਨਹੀਂ। ਤੁਸੀਂ ਆਪਣੇ ਸਵਾਲਾਂ ਦੇ ਜਵਾਬ ਮੈਨੂੰ ਆਪਣੇ ਸਵਾਲ ਜਿਹੜੇ ਹੈਗੇ ਆ ਉਹ ਲਿਖ ਕੇ ਭੇਜੋ ਤੇ ਮੈਂ ਉਹਦੇ ਜਵਾਬ ਦਿਆਂਗਾ, ਜਾਂ ਸਾਡੇ ਤੁਸੀਂ ਆਫਿਸ ਆ ਕੇ ਸਾਨੂੰ ਮਿਲ ਸਕਦੇ ਹੋ ਜੇ ਇੱਥੇ ਅਮਰੀਕਾ ਦੇ ਵਿੱਚੋਂ। ਪਰ ਸਾਡੀ ਕੋਈ ਹੈਲਪਲਾਈਨ ਕਿਸੇ ਕਿਸਮ ਦੀ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਵੀ ਚਾਈਲਡ ਸਟੇਟਸ ਜਿਹੜਾ ਪ੍ਰੋਟੈਕਸ਼ਨ ਐਕਟ ਹੈਗਾ ਇਹਦੇ ਬਾਰੇ ਜਿਹੜਾ ਹੈਗਾ ਇਹ ਕਦੋਂ ਲਾਗੂ ਹੁੰਦਾ, ਕੀ ਜਾਣਕਾਰੀ ਮਿਲ ਸਕਦੀ ਆ। ਦੇਖੋ ਜੀ, ਗੱਲ ਇਹ ਹੈਗੀ ਆ ਕਿ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਮਿਲਦੀ ਆ ਉਦੋਂ ਜਦੋਂ ਲਾਗੂ ਉਦੋਂ ਹੁੰਦਾ ਜਦੋਂ ਤੁਹਾਡੀ ਜਿਹੜੀ ਡੇਟ ਕਰੰਟ ਹੋ ਜੇ ਪ੍ਰਾਇਓਰਟੀ ਦੀ। ਜੇ ਫਾਇਰ ਕਰੋ ਤੁਹਾਡੀ ਜਿਹੜੀ ਪ੍ਰਾਇਓਰਟੀ ਡੇਟ ਆ ਜਦ ਤੱਕ ਉਹ ਨਹੀਂ ਆਈ
ਜਿਵੇਂ ਹੁਣ F4 ਦੇ ਕੇਸਾਂ 'ਚ 2005 ਚੱਲ ਰਿਹਾ ਜੇ, ਤੇ ਜੇ ਤੁਹਾਡਾ ਕੇਸ 2008 ਦਾ 9 ਦਾ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਉੱਥੇ ਕਵਰ ਨਹੀਂ ਕਰੇਗਾ। ਤੁਹਾਡੀ ਪਹਿਲਾਂ ਡੇਟ ਜਿਹੜੀ ਪ੍ਰਾਇਓਰਟੀ ਦੀ ਆ ਉਹ ਹੋਣੀ ਚਾਹੀਦੀ ਹੈ ਸੈੱਟ। ਉਦੋਂ ਇਲਾਵਾ ਇਹ ਦੇਖਣਾ ਹੁੰਦਾ ਵੀ ਅਪਲਾਈ ਕਦੋਂ ਹੋਇਆ ਕੇਸ, ਤੇ ਉਸ ਤੋਂ ਇਲਾਵਾ ਅਪਲਾਈ ਹੋਣ ਤੋਂ ਬਾਅਦ ਅਪਰੂਵ ਕਦੋਂ ਹੋਇਆ। ਜਿਹੜਾ ਉਹ ਟਾਈਮ ਹੈ ਉਹ ਬੱਚੇ ਦੀ ਉਮਰ ਜਿਹੜੀ ਆ ਜਦੋਂ ਪ੍ਰਾਇਓਰਟੀ ਡੇਟ ਕਰੰਟ ਹੋ ਗਈ ਉਹ 'ਚੋਂ ਕੱਢਿਆ ਜਾਂਦਾ। ਜੇ ਟਾਈਮ 21 ਸਾਲ ਤੋਂ ਘੱਟ ਰਹਿ ਗਿਆ ਤਾਂ ਬੱਚਾ ਇਹਦੇ ਅੰਦਰ ਕਵਰ ਹੋ ਕੇ ਇੱਥੇ ਆ ਸਕਦਾ। ਅਗਲਾ ਸਵਾਲ ਹੈ ਜੀ ਕਿ ਸਾਨੂੰ ਇਹ ਦੱਸੋ ਕਿ ਮੇਰੀ ਅਸਾਈਲਮ ਇੰਟਰਵਿਊ ਸਤੰਬਰ 'ਚ ਨਿਊਯਾਰਕ ਹੋਈ ਤੇ ਡਿਸੀਜਨ ਪੈਂਡਿੰਗ ਆ, ਕਿੰਨਾ ਟਾਈਮ ਲੱਗੂ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਟਾਈਮ ਜਿਹੜਾ ਕਾਫੀ ਲੱਗ ਸਕਦਾ। ਇਮੀਗ੍ਰੇਸ਼ਨ ਜਿਹੜੀ ਹੈਗੀ ਆ, ਜਿਹੜੇ ਖਾਸ ਕਰਕੇ ਅਸਾਈਲਮ ਆਫਿਸ ਵਾਲੇ ਆ, ਕਈ ਵਾਰੀ ਡਿਸੀਜਨ ਦੇਣ ਨੂੰ ਬਹੁਤ ਟਾਈਮ ਲਾਉਂਦੇ ਆ। ਸੋ ਇਹਦੇ ਬਾਰੇ ਤੁਹਾਨੂੰ ਵੇਟ ਕਰਨੀ ਪੈਣੀ, ਤੁਸੀਂ ਜਾ ਕੇ ਉੱਥੇ ਇਨਕੁਆਇਰੀ ਕਰ ਸਕਦੇ ਹੋ। ਉੱਦਾਂ ਅਗਲਾ ਸਵਾਲ ਹੈ ਜੀ ਕਿ ਸਾਡਾ ਅਸਾਈਲਮ ਕੇਸ A6, ਮੇਰੇ ਬੇਟੇ ਕੋਲ A7 ਕੈਟੇਗਰੀ ਦਾ ਗ੍ਰੀਨ ਕਾਰਡ ਆ, ਅਸੀਂ ਇੰਡੀਆ ਜਾ ਸਕਦੇ ਹਾਂ ਕਿ ਨਹੀਂ? ਦੇਖੋ ਇਸ ਤਰ੍ਹਾਂ ਆ ਕਿ ਜਿਹੜਾ ਅਸਾਈਲਮ ਸੀਕਰ ਆ ਉਹਨੇ ਕਿਹਾ ਵੀ ਮੈਨੂੰ ਆਪਣੀ ਕੰਟਰੀ 'ਚ ਖਤਰਾ ਆ, ਉੱਥੇ ਮੈਂ ਜਾ ਨਹੀਂ ਸਕਦਾ। ਤੇ ਤੁਸੀਂ ਜੇ ਉਸੇ ਕੰਟਰੀ 'ਚ ਵਾਪਸ ਜਾਂਦੇ ਹੋ ਦੁਬਾਰਾ, ਤੇ ਜੇ ਤੁਸੀਂ ਆਉਂਦੇ ਏਅਰਪੋਰਟ 'ਤੇ ਤੁਹਾਨੂੰ ਪੁੱਛਗਿੱਛ ਕੀਤੀ ਜਾ ਸਕਦੀ ਆ, ਤੁਹਾਡਾ ਅਸਾਈਲਮ ਕੈਂਸਲ ਵੀ ਕੀਤਾ ਜਾ ਸਕਦਾ, ਡਿਪੈਂਡਿੰਗ ਔਨ ਕਿ ਅਫਸਰ ਕੌਣ ਆ। ਕਈ ਅਫਸਰ ਨਹੀਂ ਕੇਅਰ ਕਰਦੇ, ਪਰ ਕਈ ਜ਼ਿਆਦਾ ਸਖਤ ਹੁੰਦੇ ਆ। ਸੋ ਮੇਰੀ ਸਲਾਹ ਇਹ ਆ ਕਿ ਅਜੇ ਤੁਸੀਂ ਉੱਥੇ ਨਾ ਜਾਓ, ਉੱਥੇ ਟਰੈਵਲ ਨਾ ਕਰੋ। ਅਗਲਾ ਸਵਾਲ ਹੈ ਜੀ ਕਿ ਮੈਂ ਅਸਾਈਲਮ ਅਪਲਾਈ ਕੀਤਾ, ਮੈਰਿਜ ਰਾਹੀਂ ਪੱਕਾ ਹੋਣਾ ਚਾਹੁੰਦਾ, ਕੀ ਮੈਨੂੰ ਕੰਟਰੀ ਆਊਟ ਕਰਨਾ ਪਏਗਾ? ਦੇਖੋ ਵਿਆਹ ਤੇ ਅਮਰੀਕਾ 'ਚ ਪੱਕੇ ਹੋਣ ਲਈ ਇਹ ਜ਼ਰੂਰੀ ਆ ਕਿ ਤੁਹਾਡੀ ਐਂਟਰੀ ਲੀਗਲ ਹੋਵੇ। ਤੁਸੀਂ ਇੱਥੇ ਜਾਂ ਸਟੂਡੈਂਟ ਵੀਜ਼ੇ 'ਤੇ ਆਏ ਹੋ, ਜਾਂ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਏ ਹੋ, ਜਾਂ ਤੁਸੀਂ H1 'ਤੇ ਆਏ ਹੋ, ਜਾਂ ਤੁਸੀਂ ਇੱਥੇ L1 ਵਗੈਰਾ ਵੀਜ਼ਿਆਂ 'ਤੇ ਆਏ ਹੋਵੋ। C1D ਵੀਜ਼ਾ ਜਿਹੜਾ ਕਿ ਸੀਮੈਨ ਵੀਜ਼ਾ ਹੁੰਦਾ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਥੇ ਐਡਜਸਟ ਨਹੀਂ ਹੁੰਦਾ। ਸੋ ਜੇ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਏ ਆ, ਫਿਰ ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾ ਕੇ ਇੱਥੇ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਲੈ ਸਕਦੇ ਹੋ। ਪਰ ਜੇ ਤੁਹਾਡੀ ਐਂਟਰੀ ਜਿਹੜੀ ਆ ਉਹ ਲੀਗਲ ਨਹੀਂ ਹੈਗੀ, ਤੁਸੀਂ ਬਾਰਡਰ ਕ੍ਰਾਸ ਕਰਕੇ ਆਏ ਆ, ਤੁਸੀਂ ਵਿਆਹ ਕਰਾ ਸਕਦੇ ਹੋ, ਪਰ ਤੁਹਾਡੀ ਇੰਟਰਵਿਊ ਇੰਡੀਆ 'ਚ ਹੋਣੀ ਹੈ ਜਾਂ ਆਪਣੀ ਕੰਟਰੀ ਦੇ ਵਿੱਚ। ਸੋ ਇਸ ਕਰਕੇ ਇੱਥੇ ਗ੍ਰੀਨ ਕਾਰਡ ਨਹੀਂ ਮਿਲੂਗਾ, ਵਾਪਸ ਜਾਣਾ ਪਊਗਾ। ਜਿਹੜਾ ਇੱਥੇ ਦਾ ਕੇਸ ਆ ਉਹਨੂੰ ਟਰਮੀਨੇਟ ਕਰਾਉਣੇ ਪੈਣੀਆਂ ਪ੍ਰੋਸੀਡਿੰਗਸ, ਅਤੇ ਤੁਸੀਂ 601A ਇੱਕ ਵੇਵਰ ਹੁੰਦਾ ਉਹ ਫਾਈਲ ਕਰ ਸਕਦੇ ਹੋ ਇੱਥੋਂ, ਜਿਹੜੀ ਪ੍ਰੋਸੀਡਿੰਗ ਟਰਮੀਨੇਟ ਕਰਨ ਤੋਂ ਬਾਅਦ। ਲੇਕਿਨ ਆਪਣੀ ਕੰਟਰੀ ਜਾਣਾ ਪਏਗਾ ਜੇ ਲੀਗਲ ਐਂਟਰੀ ਨਹੀਂ। ਜੇ ਐਂਟਰੀ ਲੀਗਲ ਆ, ਤੁਹਾਡੇ ਕੋਲ ਵਿਜ਼ਟਰ ਵੀਜ਼ਾ ਆ ਜਾਂ ਸਟੂਡੈਂਟ ਵੀਜ਼ਾ ਜਾਂ H1 ਵੀਜ਼ਾ ਇਸ ਕਿਸਮ ਦਾ, ਫਿਰ ਇੱਥੇ ਹੀ ਤੁਹਾਨੂੰ ਜਿਹੜਾ ਹੈ ਉਹ ਗ੍ਰੀਨ ਕਾਰਡ ਮਿਲ ਸਕਦਾ ਜੇ ਸਿਟੀਜ਼ਨ ਨਾਲ ਤੁਹਾਡਾ ਵਿਆਹ ਹੋਵੇ। ਅਗਲਾ ਸਵਾਲ ਹੈ ਜੀ ਕਿ ਅਗਰ ਇੰਡੀਵਿਜੂਅਲ ਹੀਅਰਿੰਗ 'ਤੇ ਕਿਸੇ ਦਾ ਕੇਸ ਫੇਲ ਹੋ ਜਾਏ ਤੇ ਵਰਕ ਪਰਮਿਟ 'ਤੇ ਅਸਰ ਪਏਗਾ ਕਿ ਨਹੀਂ ਪਏਗਾ? ਦੇਖੋ ਇਸ ਤਰ੍ਹਾਂ ਹੈਗਾ ਕਿ ਜੇ ਕੇਸ ਫੇਲ ਹੋ ਗਿਆ, ਉਹਦੇ ਬਾਅਦ ਤੁਸੀਂ ਅਪੀਲ ਕਰਤੀ, 30 ਦਿਨ ਹੁੰਦੇ ਆ ਅਪੀਲ ਕਰਨ ਦੇ। ਜੇ ਅਪੀਲ ਫਾਈਲ ਕਰ ਦਿੰਦੇ ਉਹਦੇ ਵਿੱਚ ਆਫਟਰ ਦੈਟ ਵਰਕ ਪਰਮਿਟ ਆਮ ਤੌਰ 'ਤੇ ਮਿਲਦਾ ਰਹਿੰਦਾ, ਪਰ ਫਿਰ ਵੀ ਜਿਹੜਾ ਹੈਗਾ ਡਿਪੈਂਡ ਹਰੇਕ ਕੇਸ ਦੇ ਉੱਤੇ ਤਾਂ ਕਰਦਾ ਹੀ ਆ ਕਿ ਕਿੰਨੇ ਦਿਨ ਕਲੌਕ 'ਤੇ ਹੋਇਆ, ਕੀ ਹੈ ਸਾਰਾ। ਪਰ ਅਪੀਲ ਫਾਈਲ ਕਰਨੀ ਜ਼ਰੂਰੀ ਹੈ। ਜੇ ਅਪੀਲ ਚੱਲਦੀ ਆ ਤਾਂ ਫਿਰ ਉਹਦੇ ਵਿੱਚ ਵਰਕ ਪਰਮਿਟ ਮਿਲਣ ਦੇ ਚਾਂਸਸ ਜਿਹੜੇ ਆ ਉਹ ਵੱਧ ਜਾਂਦੇ ਆ। ਅਗਲਾ ਸਵਾਲ ਹੈ ਜੀ ਕਿ F2A ਕੈਟੇਗਰੀ ਬਾਰੇ ਜਾਣਕਾਰੀ ਦਿਓ। ਜਿਹੜਾ ਵੀਜ਼ਾ ਬੁਲੇਟਿਨ ਹੈਗਾ ਪਿਛਲਾ ਸਪਟੈਂਬਰ ਦਾ, ਇਹਦੇ ਵਿੱਚ ਜਿਹੜੀ F2A ਕੈਟੇਗਰੀ ਆ ਇਹਦੇ 'ਚ ਚੱਲ ਰਿਹਾ ਜੀ ਕਰੰਟ। ਲੇਕਿਨ ਕਰੰਟ ਦਾ ਮਤਲਬ ਇਹ ਨਹੀਂ ਹੈ ਕਿ ਸਾਰਿਆਂ ਨੂੰ ਹੀ ਵੀਜ਼ੇ ਮਿਲ ਰਹੇ ਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ F2A ਕੈਟੇਗਰੀ ਹੈਗੀ ਆ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ ਉਹਨਾਂ ਦੀ। ਸੋ ਇਸ ਕੈਟੇਗਰੀ ਦੇ ਵਿੱਚ ਜਿਹੜੀ ਹੈਗੀ ਆ ਵੇਟਿੰਗ ਪੀਰੀਅਡ ਉਸ ਕਿਸਮ ਦਾ ਨਹੀਂ ਹੈ ਕਿ ਜਿਵੇਂ F4 ਕੈਟੇਗਰੀ 'ਚ ਸਤੰਬਰ 2005 ਚੱਲਦਾ ਜਾਂ F3 'ਚ ਨਵੰਬਰ 2008 ਚੱਲਦਾ। ਇਹ ਕਰੰਟ ਆ, ਪਰ ਕਰੰਟ ਦੇ ਵਿੱਚ ਵੀ ਕਾਫੀ ਜ਼ਿਆਦਾ ਡਿਲੇ ਆ। ਜ਼ਿਆਦਾ ਲੋਕਾਂ ਨੂੰ ਜਿਹੜੇ ਹੈਗੇ ਉਹ 60 ਦਿਨ ਦੇ ਨੋਟਿਸ ਆ ਰਹੇ ਆ ਕਿ 60 ਡੇਜ਼ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਤੁਹਾਨੂੰ ਦੱਸਾਂਗੇ। ਸੋ ਵੇਟ ਕਰੋ, 60 ਡੇ ਵੇਟ ਕਰੋ ਇਸ ਤਰ੍ਹਾਂ। ਪਰ ਅਜੇ ਤੱਕ ਉਹ ਜ਼ਿਆਦਾ ਜਿਹੜੀ ਹੈਗੀ ਤੇਜ਼ੀ ਇਹਨੇ ਨਹੀਂ ਫੜੀ। ਅਗਲਾ ਸਵਾਲ ਹੈ ਜੀ ਕਿ ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ, ਜੂਨ 2022 'ਚ ਕਿੰਨਾ ਟਾਈਮ ਲੱਗੂਗਾ? ਟਾਈਮ ਲੱਗੂਗਾ ਜੀ, ਇਹਨੂੰ ਕਾਫੀ ਟਾਈਮ ਲੱਗੂਗਾ। ਅੱਜ ਕੱਲ੍ਹ ਤਕਰੀਬਨ 3 ਤੋਂ 6 ਮਹੀਨੇ ਲੱਗ ਰਹੇ ਆ, ਡਿਪੈਂਡਿੰਗ ਔਨ ਕਿ ਕੀ ਸਿਚੁਏਸ਼ਨ ਆ, ਕੀ ਕੇਸ ਆ, ਪਰ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਇੰਡੀਆ ਤੋਂ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ USA ਦਾ ਕਿ ਨਹੀਂ? ਇੰਡੀਆ ਤੋਂ ਕੋਈ ਵਰਕ ਪਰਮਿਟ ਅਪਲਾਈ ਨਹੀਂ ਜੀ ਹੁੰਦਾ। ਜਿਹੜੇ ਬੰਦੇ ਕਰਦੇ ਆ ਇੱਥੇ ਆ ਕੇ ਕਰਦੇ ਆ, ਜਿਵੇਂ ਕਿ ਆਉਂਦੇ ਆ ਉਹ ਅਸਾਈਲਮ ਦਾ ਕੇਸ ਕਰਦੇ ਆ, ਉਹ 'ਚ ਵਰਕ ਪਰਮਿਟ ਉਹਨਾਂ ਨੂੰ 6 ਮਹੀਨੇ ਬਾਅਦ ਮਿਲਦਾ ਹੈ SAP ਦੀ ਮੈਂਬਰਸ਼ਿਪ ਲੈ ਕੇ। ਅਤੇ ਕਈ ਜਿਹੜੇ ਹੁਣ US ਸਿਟੀਜ਼ਨ ਨਾਲ ਵਿਆਹ ਕਰਾਉਂਦੇ ਆ ਜਾਂ ਲੀਗਲ ਐਂਟਰੀ ਆ, ਜੇ ਵੀਜ਼ਾ ਲੈ ਕੇ ਆਏ ਉਹਨਾਂ ਨੂੰ ਮਿਲਦਾ, ਜਾਂ H1 ਵਗੈਰਾ। ਇੰਡੀਆ ਤੋਂ H1 ਵਾਲੇ ਆ ਸਕਦੇ ਆ, ਪਰ ਉਹ 'ਚ ਲੋਟਰੀ ਆ। ਪਰ ਇੱਦਾਂ ਇੰਡੀਆ ਤੋਂ ਸਿੱਧਾ ਵਰਕ ਪਰਮਿਟ ਕੋਈ ਅਪਲਾਈ ਨਹੀਂ ਹੁੰਦਾ। ਅਗਲਾ ਸਵਾਲ ਹੈ ਜੀ ਕਿ ਅਸੀਂ ਆਪਣਾ ਵਰਕ ਪਰਮਿਟ ਰਿਨਿਊ ਕਰਾਉਂਦੇ ਹਾਂ ਤਾਂ ਅਪਰੂਵਲ ਲੈਟਰ ਆ ਜਾਂਦਾ, ਕੀ ਅਸੀਂ ਉਸ ਅਪਰੂਵਲ ਲੈਟਰ 'ਤੇ ਡਰਾਈਵਰ ਲਾਇਸੈਂਸ ਰਿਨਿਊ ਕਰ ਸਕਦੇ ਹਾਂ? ਜਦੋਂ ਵੀ ਤੁਸੀਂ ਕੇਸ ਅਪਲਾਈ ਕਰਦੇ ਹੋ ਉਹਦੇ ਤੁਹਾਨੂੰ ਉਹਨਾਂ ਦਾ ਲੈਟਰ ਮਿਲਦਾ, ਉਹ ਲੈਟਰ ਦਿਖਾ ਕੇ ਜੇ DMV ਮੰਨੇ ਤੁਸੀਂ ਰਿਨਿਊ ਕਰ ਸਕਦੇ ਹੋ। ਪਰ ਕਈ ਕੇਸਾਂ ਦੇ ਵਿੱਚ ਜਿਹੜੇ ਕਿ ਜਿਵੇਂ ਰਿਨਿਊ ਕਰਾਉਂਦੇ ਆ ਵਰਕ ਪਰਮਿਟ, ਜਿਵੇਂ ਕਿਸੇ ਦਾ ਵਰਕ ਪਰਮਿਟ ਹੈਗਾ ਖਤਮ ਹੋ ਰਿਹਾ
2 ਸਾਲ ਦਾ, तो उन्हें रिन्यू नहीं किया, ਉਹਨੂੰ ਅੱਜ ਕੱਲ੍ਹ 1.5 ਸਾਲ ਦਾ एक्सटेंशन भेज देंगे आ। वो लैटर ते लिखिया होंदा 1.5 साल एक्सटेंडेड, उन्होंने DMV ऑर्डर करती है आम तौर पर, तो थोड़ा जिहड़ा लाइसेंस है उन्होंने रिन्यू कर देंदी है। अगला सवाल है जी कि F बारे दसो कि कदों पेपर खुलणगे। ये बारे अजे कुछ नहीं कह सकते जी, कोशिशां साडियां जारी आ, पर अजे कुछ नहीं कि कदों ये जिहड़ी हैगी फास्ट होऊगा, जिहदे बारे कोई जानकारी नहीं है। अगला सवाल है जी कि बॉर्डर क्रॉस करन वालियां दी जिहड़ी आ ओह कुछ हो रहा उन्हां दे केसां दा कि नहीं हो रहा, भी ये जिहड़े बॉर्डर क्रॉस करके आउंदे इन्हां नूं वर्क परमिट कदों मिलदा। देखो इस तरह है जी कि पहली गल तां जिहड़े बॉर्डर क्रॉस करके आउंदे गलत है, सही नहीं है, अमरीकन लॉ की वायलेशन है। सो इस तरह किसी नूं नहीं आउणा चाहिए, क्योंकि जिहड़ा रस्ता है वह भी खतरनाक है, कोई गारंटी नहीं कि बंदा बाहर आ जाए। खास करके जिहड़े कई कैंप ने इत्थे अमरीका च, सैन डिएगो हो गया, कलैक्सिको वगैरह ने, उत्थे इंटरव्यू हुंदी आ ते कई बारी बयानां च फेल कर दिंदे क्रैडिबल फेयर दे विच, जिहदे करके कोई श्योरिटी नहीं। पर जे चलो छड्ड देण बाहर आ जाए तो अपना सैलम का केस ला सकदा, सैलम का केस ला के ते उहनूं फिर 6 महीने बाद जे क्लॉक चलदा रहे तो वर्क परमिट मिल सकदा, फिर अपना केस लड़ सकदा। सो ये सिचुएशन है, पर कोई इदां दी गारंटी नहीं हैगी भी आपां कहिए भी जिहड़ा आ गया उहनूं छड्ड ही देना इन्हां ने। जो ठीक है, ये सरकार पिछली सरकार के मुकाबले बहुत नरम है। जिहड़ी पहलां सरकार सी ट्रंप की बहुत सख्ती सी, ਉਹਦੇ ਵਿੱਚ ਉਹ ਜਿਹੜੇ ਹੈਗੇ ਆ ज़्यादा लोगों ਨੂੰ डिपोर्ट करते सी, छड्डदे नहीं सी। पर यह सरकार छड्ड रही है, पर इसदा मतलब ये भी नहीं भी जिहड़ा आउंदा ਉਹਨੂੰ छड्ड दिंदे। काफ़ी बंदे जे जेलों के विच हैगे जिन्हां दे कि बॉन्ड डिनाई होए या बयान फेल होए, ये भी सिचुएशन हैगी है। अगला सवाल है जी कि सैक्रामेंटो कोर्ट की की सिचुएशन है। सैक्रामेंटो कोर्ट च डेटा जल्दी मिल रही जी सैन फ्रांसिस्को नालों, तो अप्रूव भी साढ़े 2 केस सैक्रामेंटो आ वीक जिहड़े पास होए आ, दोने सैक्रामेंटो ही सीगे, तो इस करके इसे वीक अपने केस पास होए। सो वो जिहड़े केस हैगे आ वो पास हुंदे ने, डेट जल्दी मिलती है। सैन फ्रांसिस्को के मुकाबले डेट जिहड़ी जल्दी मिल रही है। अगला सवाल है जी कि अंडर 18 ਨੂੰ डिपोर्ट करते हैं कि नहीं। इदां दा कोई ला नहीं जी, अंडर 18 ਨੂੰ भी डिपोर्ट कर सकते हैं जे डेपोटेशन लगी होवे, पर आम तौर पर जिहड़े छोटी उम्र के उन्होंने बयान नहीं होंगे, उन्होंने किसी जिहड़ा गरंटर हैगा जां गार्डियन उहदे कोल छड्ड दिंदे आ। पर डेपोटेशन तो इस किस्म का कोई ला नहीं भी 18 साल तो घट वाले नूं डिपोर्ट नहीं सरकार कर सकती। डिपोर्ट वो किसी नूं भी कर सकते जिहदी उत्थे डेपोटेशन लगी है। अगला सवाल है जी कि ये कह रहे हैं कि मैं पोर्चुगल का सिटीजन है, अमरीका किवें सैटल हो सकता। ये तो कोई तरीका नहीं जी, तुसीं पोर्चुगल के हैगे हो, इत्थे तुहानूं वर्क परमिट मिल जू या ग्रीन कार्ड मिल जूगा। ईवन किसी होर मुल्क का भी सिटीजन होवे, जिवें कोई कनेडियन सिटीजन है, आस्ट्रेलीयन या इंग्लैंड का सिटीजन है, यूरोप की किसी कंट्री का आ, वो इत्थे आ के अपने आप पक्का हो जाए, या कोई ला अमरीका दे विच नहीं है। अगला सवाल है जी कि मेरे बेटे ने 3 दिन पहला बॉर्डर क्रॉस किया, वो पासपोर्ट नहीं लैके आया, तो हुण पता नहीं छड्डिया जाऊगा कि नहीं। ये डिपेंड करूगा जी किहड़े सेंटर दे विच आ। सो कई सेंटर जिहड़े ने उत्थे छड्ड दिंदे आ, पर कई जिहड़े हैगे डिटेंशन सेंटर उत्थे सख्ती ज़्यादा, उत्थे नहीं छड्डदे, जिन्हां विच कि कलैक्सिको आ, सैन डिएगो आ, लूजियाना आ, इन्हां कैंपां दे विच बहुत ज़्यादा सख्ती है। अगला सवाल है जी कि साडा मेरी वाइफ तो मेरा बच्चा US सिटीजन है, उन्हां दे कोल मैਡੀਕੇਡ आ 3 सालों तो, मैਡੀਕੇਡ जिहड़ा है वो मैं सिटीजनशिप अपलाई की है, तो कोई इफैक्ट पएगा कि नहीं। सिटीजनशिप ते जिहड़ा हैगा वो पब्लिक बेनीफिट का जिहड़ा इस तरह का इफैक्ट पै भी सकदा। तो मैं तुहानूं यही सलाह दूंगा भी तुसीं जिहड़े वैलफेयर ते जिहड़े हैगे आ अपना लॉन्ग टर्म जिहड़ी मैडिकल केयर सरकारी वो ना लो, क्योंकि इन्हां दा इफैक्ट जिहड़ा वो जिहड़ा पब्लिक चार्ज रूल जिहड़ा नवां आ दिसंबर तो लागू होना, लेकिन वो ज़्यादा सिटीजनशिप के केसां लई नहीं है, वो ज़्यादा उन्हां लई है जिन्होंने इमीग्रेंट जिवें पटीशनां कीतियां, किसी ने अपने भरा भैन लई कीती आ, किसी ने अपने बच्चों लई कीती या हसबैंड वाइफ लई कीती, जिन्होंने बाहरों आउणा ग्रीन कार्ड लैके, उन्हां ते लागू आ। पर फिर भी ईवन तुसीं सिटीजनशिप अप्लाई कीती आ, लेकिन जिहड़े सरकारी बैनीफिट ने खास करके वैलफेयर या लॉन्ग टर्म मैडिकल केयर वो तुहानूं नहीं लेने चाहिए। अगला सवाल है जी कि पोलीटिकल असैलम के केस से मैनूं कोई डेट नहीं मिल रही। जिहड़े असैलम ऑफिस के केस ने उन्होंने वाकई डेटा नहीं है जे दे रहे काफ़ी केसां दे विच, ते वो तुहानूं फिर वेट करनी पैनी है, जाके इनकुआयरी करनी पैनी है। इहदा यही रस्ता है, होर कोई रस्ता नहीं है। तो लेकिन यह भी वर्क परमिट दे देंगे, पर डेटा अजे वाकई मतलब काफ़ी केसां डेटा नहीं दे रहे। अगला सवाल है जी कि ये दसो कि जे किसी दी हसबैंड की इत्थे अमरीका में डैथ हो जाए तो उसकी फैमिली जिहड़ी आ
ਉਹ ਗ੍ਰੀਨ ਕਾਰਡ ਤੇ ਪੇਪਰ ਲੱਗੇ ਹੋਏ ਆ ਸਕਦੀ ਹੈ ਕਿ ਨਹੀਂ। ਇਹ ਡਿਪੈਂਡ ਕਰਦਾ ਜੀ ਅਪਰੂਵਲ ਹੋਈ ਆ ਕਿ ਨਹੀਂ। ਜੇ ਪਟੀਸ਼ਨ ਅਪਰੂਵ ਆ ਉਹਦੀ ਹੋਰ ਸਿਚੁਏਸ਼ਨ ਆ, ਜੇ ਪਟੀਸ਼ਨ ਨਹੀਂ ਅਪਰੂਵ ਹੋਈ ਉਹਦੀ ਹੋਰ ਸਿਚੁਏਸ਼ਨ ਆ। ਬਾਕੀ ਹਰੇਕ ਕੇਸ ਦਾ ਡਿਫਰੈਂਟ ਹਿਸਾਬ ਹੈ, ਇਹਦੇ ਬਾਰੇ ਕੋਈ ਆਪਾਂ ਇੱਦਾਂ ਜਵਾਬ ਨਹੀਂ ਦੇ ਸਕਦੇ। ਆਮ ਤੌਰ 'ਤੇ ਡੈਥ ਹੋਣ ਦੇ ਨਾਲ ਕੇਸ ਖਤਮ ਹੋ ਜਾਂਦਾ ਜਿਹੜੀ ਪਟੀਸ਼ਨ ਹੁੰਦੀ ਆ, ਪਰ ਕਈ ਹਾਲਾਤਾਂ ਦੇ ਵਿੱਚ ਜਿਹੜੀ ਆ ਉਹ ਅੱਗੇ ਹਿਊਮੈਨਿਟੇਰੀਅਨ ਬੇਸਿਸ ਤੇ ਪਟੀਸ਼ਨ ਕੰਟੀਨਿਊ ਕੀਤੀ ਜਾ ਸਕਦੀ ਹੈ, ਪਰ ਉਹ ਡਿਪੈਂਡ ਕੇਸ ਤੇ ਕਰਦਾ। ਅਗਲਾ ਸਵਾਲ ਹੈ ਜੀ ਕਿ ਅਕਤੂਬਰ ਮਹੀਨੇ 'ਚ ਮੈਂ ਬਾਰਡਰ ਕ੍ਰਾਸਿੰਗ ਕਰਨੀ ਆ, ਕੀ ਮੇਰੇ ਤੇ ਨਵਾਂ ਰੂਲ ਲਾਗੂ ਹੋਏਗਾ ਕਿ ਨਹੀਂ। ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਸਲਾਹ ਨਹੀਂ ਦਿੰਦਾ ਵੀ ਬਾਰਡਰ ਕ੍ਰਾਸਿੰਗ ਤੁਸੀਂ ਕਰੋ, ਕਿਉਂਕਿ ਇਹ ਲਾ ਦੀ ਵਾਇਲੇਸ਼ਨ ਹੈ, ਗਲਤ ਆ। ਸੋ ਮੇਰੀ ਸਲਾਹ ਇਹੀ ਹੈ ਵੀ ਬਾਰਡਰ ਕ੍ਰਾਸ ਕਰਕੇ ਤੁਸੀਂ ਨਾ ਆਓ। ਦੂਜੀ ਗੱਲ, ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਵੀ ਅੱਗੇ ਨਾਲੋਂ ਸਖਤੀ ਆ ਕਈ ਥਾਵਾਂ 'ਤੇ, ਖਾਸ ਕਰਕੇ ਲੂਜ਼ੀਆਨਾ ਕੈਂਪ 'ਚ, ਗਲੈਕਸੀਕੋ ਕੈਂਪ ਦੇ ਵਿੱਚ ਜਿਹੜਾ ਕੈਲੀਫੋਰਨੀਆ ਜਾਂ ਸੈਨ ਡਿਏਗੋ ਦੇ ਵਿੱਚ, ਉੱਥੇ ਬਿਆਨ ਹੁੰਦੇ ਨੇ। ਕਈਆਂ ਦੇ ਬਿਆਨ ਇਹ ਫੇਲ ਕਰ ਰਹੇ ਆ, ਫੇਲ ਹੋ ਜਾਣ ਤਾਂ ਬੰਦਾ ਬਾਹਰ ਨਹੀਂ ਆਉਂਦਾ, ਕਈਆਂ ਦਾ ਬੌਂਡ ਡਿਨਾਈ ਹੋ ਰਿਹਾ। ਤੀਜੀ ਗੱਲ ਇਹ ਆ ਕਿ ਜੇ ਤੁਸੀਂ ਕ੍ਰਾਸ ਕਰਕੇ ਆਉਂਦੇ ਆ ਤਾਂ ਤੁਹਾਡਾ ਕੇਸ ਜਿਹੜਾ ਹੈਗਾ ਉਹ 30 ਤੋਂ 40 ਦਿਨ 'ਚ ਕੰਪਲੀਟ ਨਹੀਂ ਹੁੰਦਾ। ਉਹ ਇਹਨਾਂ ਨੇ ਹੁਣ ਲੰਬੀਆਂ ਡੇਟਾਂ ਦੇ ਰਹੇ ਨੇ। ਜਿਹੜੇ ਨਵੇਂ ਬੰਦੇ ਬਾਰਡਰ ਕ੍ਰਾਸ ਕਰਕੇ ਆ ਰਹੇ ਆ ਉਹਨਾਂ ਨੂੰ 6 ਮਹੀਨੇ ਤੋਂ ਵੱਧ ਦੀ ਡੇਟ ਮਿਲ ਰਹੀ ਹੈ, ਸਾਲ ਦੀ ਮਿਲ ਰਹੀ ਹੈ ਕਈਆਂ ਨੂੰ, ਕਿਉਂਕਿ ਉਹ ਜਿਹੜੀ ਪਾਲਿਸੀ ਸਰਕਾਰ ਨੇ ਬਣਾਈ ਸੀ 40 ਦਿਨ ਵਾਲੀ 30 ਦਿਨ ਵਾਲੀ ਪਾਲਿਸੀ, ਉਹ ਲਾਗੂ ਨਹੀਂ ਹੋਈ ਅਜੇ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਹੋਲਡਰ ਆਪਣੇ ਪੇਰੈਂਟਸ ਨੂੰ ਬੁਲਾ ਸਕਦਾ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਆ। ਸਿਟੀਜ਼ਨ ਹੋਣਾ ਜ਼ਰੂਰੀ ਹੈ ਜੀ। ਸਿਰਫ ਜਿਹੜਾ US ਸਿਟੀਜ਼ਨ ਹੈ ਉਹ ਆਪਣੇ ਮਾਂ-ਬਾਪ ਨੂੰ ਜਾਂ ਭੈਣਾਂ ਭਰਾਵਾਂ ਨੂੰ ਅਪਲਾਈ ਕਰ ਸਕਦਾ। ਜਿਹੜਾ ਗ੍ਰੀਨ ਕਾਰਡ ਹੋਲਡਰ ਆਪਣੇ ਮਾਂ-ਬਾਪ ਨੂੰ ਨਹੀਂ ਅਪਲਾਈ ਕਰ ਸਕਦਾ। ਗ੍ਰੀਨ ਕਾਰਡ ਹੋਲਡਰ ਸਿਰਫ ਆਪਣੇ ਹਸਬੈਂਡ ਵਾਈਫ ਤੇ ਜਿਹੜੇ 21 ਸਾਲ ਤੋਂ ਘੱਟ ਬੱਚੇ ਉਹਨਾਂ ਨੂੰ ਕਰ ਸਕਦਾ, ਜਾਂ ਜਿਹੜੇ 21 ਸਾਲ ਤੋਂ ਉੱਪਰ ਬੱਚੇ ਅਨਮੈਰਿਡ ਨੇ ਉਹਨਾਂ ਨੂੰ ਕਰ ਸਕਦਾ। ਪਰ ਆਪਣੇ ਮਾਂ-ਬਾਪ ਨੂੰ ਜਾਂ ਭੈਣਾਂ ਭਰਾਵਾਂ ਨੂੰ ਜਾਂ ਮੈਰਿਡ ਬੱਚਿਆਂ ਨੂੰ ਗ੍ਰੀਨ ਕਾਰਡ ਹੋਲਡਰ ਅਪਲਾਈ ਨਹੀਂ ਕਰ ਸਕਦਾ। ਅਗਲਾ ਸਵਾਲ ਹੈ ਜੀ ਕਿ F4 ਕੇਸ ਸਾਡਾ ਅਗਸਤ 20 ਵਿੱਚ ਅਪਰੂਵ ਹੋਇਆ ਸੀ ਤੇ ਕਿੰਨਾ ਟਾਈਮ ਲੱਗੂ। ਇਹ ਤਾਂ ਬਹੁਤ ਟਾਈਮ ਲੱਗੂਗਾ ਜੀ। F4 ਤਾਂ ਅਜੇ ਸਤੰਬਰ 2005 ਚੱਲ ਰਿਹਾ, ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਲੱਗਣਾ। ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੈਟੇਗਰੀ ਕੇਸ 2006 ਮਾਰਚ ਵਿੱਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗ ਸਕਦਾ। ਇਹਦੇ ਬਾਰੇ ਅਜੇ, ਕਿਉਂਕਿ ਅਜੇ 2005 ਚੱਲ ਰਿਹਾ, ਸੋ ਜੇ ਫਾਸਟ ਹੁੰਦੀ ਹੈ ਕੈਟੇਗਰੀ ਤਾਂ ਸਾਲ ਡੇਢ ਸਾਲ 'ਚ ਵਾਰੀ ਆ ਸਕਦੀ ਹੈ। ਬਾਕੀ ਦੇਖਾਂਗੇ, ਡਿਪੈਂਡ ਕਰੂਗਾ ਵੀ ਕਿੰਨੀ ਕੁ ਫਾਸਟ ਇਹ ਕੈਟੇਗਰੀ ਜਿਹੜੀ ਆ ਇਹ ਹੋ ਰਹੀ ਹੈ। ਅਗਲਾ ਸਵਾਲ ਹੈ ਜੀ ਕਿ US ਸਟੱਡੀ ਵੀਜ਼ਾ ਰਿਫਿਊਜ਼ ਆ, ਕੈਨੇਡਾ ਵੀ ਰਿਫਿਊਜ਼ ਆ। ਜੇ ਮੈਂ ਬਾਰਡਰ ਕ੍ਰਾਸ ਕਰਕੇ ਆਵਾਂ ਤਾਂ ਕੋਈ ਦਿੱਕਤ ਨਹੀਂ ਆਉਣ ਲੱਗੀ, ਮੈਂ ਅਸਾਈਲਮ ਲਾ ਸਕਦਾ। ਦੇਖੋ, ਅਸਾਈਲਮ ਤਾਂ ਕੋਈ ਵੀ ਲਾ ਸਕਦਾ ਜੇ ਤੁਹਾਡੇ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ ਵਿੱਚ ਤੁਹਾਡਾ ਕੇਸ ਜਿਹੜਾ ਆਉਂਦਾ, 5 ਗਰਾਊਂਡਾਂ ਦੇ ਵਿੱਚ ਜਿਹੜਾ ਪੋਲੀਟੀਕਲ ਓਪੀਨੀਅਨ ਹੈ, ਮੈਂਬਰਸ਼ਿਪ ਇਨ ਅ ਪਾਰਟੀਕੂਲਰ ਸੋਸ਼ਲ ਗਰੁੱਪ ਹੈ, ਰੇਸ ਹੈ, ਨੈਸ਼ਨੈਲਿਟੀ ਹੈ, ਰਿਲੀਜਨ ਹੈ। ਜੇ ਨਾ ਤੁਹਾਡਾ ਕੇਸ ਆਉਂਦਾ, ਤੁਹਾਨੂੰ ਵਾਕਈ ਕੋਈ ਪ੍ਰੋਬਲਮ ਆਈ ਆ ਤਾਂ ਤੁਸੀਂ ਕਰ ਸਕਦੇ ਹੋ। ਪਰ ਸਿਰਫ ਇਸ ਕਰਕੇ ਕਿ ਉੱਦਾਂ ਹੀ ਅਸਾਈਲਮ ਕਰਨਾ ਇੱਥੇ ਰਹਿਣ ਲਈ ਜਾਂ ਵਰਕ ਪਰਮਿਟ ਲੈਣ ਲਈ, ਉਹ ਗਲਤ ਆ, ਉਹ ਨਹੀਂ ਕਰਨਾ ਚਾਹੀਦਾ। ਅਤੇ ਅਸਾਈਲਮ ਜਿਹੜਾ ਉਹਦਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਣ ਨਾਲ ਕੋਈ ਸੰਬੰਧ ਨਹੀਂ, ਚਾਹੇ ਰਿਫਿਊਜ਼ ਆ ਵੀ ਕਰ। ਪਰ ਜੇ ਤੁਹਾਡੇ ਅਸਾਈਲਮ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ, ਉਹ 'ਚ ਸ਼ੋਅ ਕਰਨਾ ਪੈਂਦਾ ਵੀ ਤੁਹਾਨੂੰ ਆਪਣੀ ਕੰਟਰੀ 'ਚ ਬੜੀ ਪ੍ਰੋਬਲਮ ਆਈ ਆ, ਤੁਹਾਡੇ ਖਿਲਾਫ ਪਰਸੀਕਿਊਸ਼ਨ ਹੋਈ ਆ, ਫਿਊਚਰ ਦੇ ਵਿੱਚ ਵੀ ਤੁਹਾਨੂੰ ਆ ਸਕਦੀ ਆ। ਅਤੇ ਪਲੱਸ ਜਿਹੜੇ ਅਸਾਈਲਮ ਦੇ ਗਰਾਊਂਡ ਹੈਗੇ ਉਹਨਾਂ 'ਚ ਤੁਹਾਡਾ ਕੇਸ ਆਉਂਦਾ, ਜੇ ਆਉਂਦਾ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ, ਪ੍ਰੂਫ ਹੈਗੇ ਆ, ਤੁਸੀਂ ਲਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰਾ F2BK 2016 'ਚ ਅਪਲਾਈ ਕੀਤਾ ਸੀ, ਇਹਨੂੰ ਕਿੰਨਾ ਟਾਈਮ ਲੱਗੂਗਾ ਅਤੇ ਮੈਂ ਕੈਨੇਡਾ 'ਚ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਕਿ ਨਹੀਂ। F2B ਕੇਸ ਹੈ ਜੀ, ਜਿਹੜੇ ਗ੍ਰੀਨ ਕਾਰਡ ਹੋਲਡਰ ਆਪਣੇ 21 ਸਾਲ ਤੋਂ ਵੱਧ ਅਨਮੈਰਿਡ ਬੱਚਿਆਂ ਦਾ ਅਪਲਾਈ ਕਰਦੇ ਆ। ਜੇ ਇਹ 2016 'ਚ ਅਪਲਾਈ ਕੀਤਾ, ਉੱਥੇ ਅਜੇ 2015 ਚੱਲ ਰਿਹਾ ਜੀ, ਸੋ ਇਹਨੂੰ ਟਾਈਮ ਲੱਗੇਗਾ ਅਜੇ ਹੋਰ ਸਾਲ ਡੇਢ ਸਾਲ। ਅਤੇ ਇਹਦਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਨਾਲ ਕੋਈ ਸੰਬੰਧ ਨਹੀਂ। ਜੇ ਅਮਰੀਕਾ ਦਾ ਵਿਜ਼ਟਰ ਵੀਜ਼ਾ ਅਪਲਾਈ ਕਰੋਗੇ ਉਹ ਰਿਫਿਊਜ਼ ਹੋ ਸਕਦਾ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਰੂਲ ਇਹ ਆ ਵੀ ਜੇ ਤੁਸੀਂ ਤੁਹਾਡੀ ਇੰਟੈਂਟ ਹੈਗੀ ਆ ਵਿਜ਼ਟਰ ਦੀ ਤਾਂ ਹੀ ਜਾ ਸਕਦੇ ਹੋ। ਜੇ ਇੰਟੈਂਟ ਸੈਟਲ ਹੋਣ ਦੀ ਆ ਵੀ ਤੁਹਾਡੀ ਪਟੀਸ਼ਨ ਕਿਸੇ ਨੇ ਕੀਤੀ ਹੈ ਤਾਂ ਵਿਜ਼ਟਰ ਵੀਜ਼ਾ ਨਾ ਕਰ ਦਿੰਦੇ ਆ। ਕੈਨੇਡਾ ਦੇ ਵਿਜ਼ਟਰ ਵੀਜ਼ੇ 'ਤੇ ਨਹੀਂ ਮੇਰਾ ਖਿਆਲ ਵੀ ਇਹਦਾ ਕੋਈ ਲਾਗੂ ਹੋਊਗਾ। ਅੱਗੇ ਕਹਿ ਰਿਹਾ ਕਿ F3 ਕੈਟੇਗਰੀ ਬਾਰੇ ਦੱਸੋ। F3 ਕੈਟੇਗਰੀ ਹੈਗੀ ਹੈ ਜੀ US ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚੇ ਨੇ ਅਤੇ ਉਹਨਾਂ ਦੇ ਗਾਂ ਬੱਚਿਆਂ ਦੀ। ਉੱਥੇ ਚੱਲ ਰਿਹਾ ਜੇ ਨਵੰਬਰ 2008, ਅਜੇ ਕੋਈ ਜ਼ਿਆਦਾ ਫਾਸਟ ਨਹੀਂ ਹੋਈ, ਅਤੇ ਹੁਣ ਦੇਖਦੇ ਆਉਂਦੇ ਸਮੇਂ ਦੇ ਵਿੱਚ ਕਿੰਨੀ ਕੁ ਤੇਜ਼ ਹੁੰਦੀ ਆ। ਅਗਲਾ ਸਵਾਲ ਹੈ ਜੀ ਕਿ ਸਾਡਾ 2006 'ਚ ਕੇਸ ਅਪਲਾਈ ਹੋਇਆ, ਵੈਲਕਮ ਲੈਟਰ ਕਦੋਂ ਆਊਗਾ। ਅਜੇ 2005 ਚੱਲਦਾ ਜੀ F4 ਕੈਟੇਗਰੀ 'ਚ। ਸੋ ਦੇਖੋ ਕਿੰਨਾ ਟਾਈਮ, ਸ਼ਾਇਦ ਹੋਰ ਸਾਲ ਜਾਂ ਆਹ ਸਾਲ ਦੇ ਵਿੱਚ ਸ਼ਾਇਦ ਆਵੇ ਜਾਂ ਅਗਲੇ ਸਾਲ 'ਚ ਆਵੇ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਹੋਲਡਰ ਦੀ ਜਿਹੜੀ ਸਪਾਊਸ ਦੇ ਇੰਟਰਵਿਊ 'ਤੇ ਕੀ ਚੱਲ ਰਿਹਾ। ਅਜੇ ਤਾਂ ਜੀ ਕਰੰਟ ਆ, ਪਰ ਅਜੇ ਬਹੁਤ ਟਾਈਮ ਲੱਗ ਰਿਹਾ। ਜ਼ਿਆਦਾ ਜਿਹੜੀ US ਸਿਟੀਜ਼ਨ ਦੀਆਂ ਇੰਟਰਵਿਊਆਂ ਕਰ ਰਹੇ ਆ, ਗ੍ਰੀਨ ਕਾਰਡ ਹੋਲਡਰਾਂ ਦੀ ਜਿਹੜੀ ਇੰਟਰਵਿਊਜ਼ ਨੇ ਉਹ ਜ਼ਿਆਦਾ 60 ਡੇ ਨੋਟਿਸ ਦੇ ਰਹੇ ਆ, ਸੋ ਵੇਟ ਕਰਨੀ ਪੈਣੀ ਆ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਜਿਹੜਾ ਪੋਰਟਲੈਂਡ ਦੇ ਵਿੱਚ ਹੈਗਾ,
तो तुसीं साडी हैल्प कर सकते हो। असीं पोर्टलैंड केस लड़ते हैं जी, मेरे काफ़ी केस साडे पोर्टलैंड चलते हैं, पर पोर्टलैंड की जिहड़ी थोड़ी जी इमीग्रेशन कोर्ट सख्त है, जज सख्त ने दूजिਆਂ नालों तो एज़ कंपेयर टू कैलीफोर्निया या न्यूयॉर्क। पर पोर्टलैंड असीं जाने आ। तुसीं मेरे नंबर ते मैनूं संपर्क कर सकते हो 9179154142। उत्ते मैनूं टैक्सट कर दिओ अपना सारा केस, ये नंबर की सिचुएशन आ, तो असीं केस जिहड़ा हैंडल कर सकते। अगला सवाल है जी कि मम्मी ने सिटीजनशिप अप्लाई की है तो कितना टाइम लगूगा। ये डिपेंड करूगा जी। अजकल जिहड़े ग्रीन कार्ड होल्डर सिटीजनशिप ਲਈ अप्लाई करते हैं, सिटीजन बनन ਲਈ ਉਹਨਾਂ ਦੇ तकरीबन 6 ਤੋਂ 8 महीने लग रहे, कि घੱਟ टाइम भी लग रहा, अगे नालों टाइम घटिया। पर जे तुहाडी मदर ने जिहड़ा तुहाडा केस अप्लाई किया सिटीजन बन के, ਉਹਦੀ होर सिचुएशन आ, ਉਹਦੇ 'ਚ ਇਹ आ कि जे तो उन्होंने F3 कैटेगरी किया आ तो उत्थे दा या 2008 चल रहा, जे F4 किया 2005 चल रहा, उन्होंने काफ़ी टाइम लगूगा। अगला सवाल है जी कि मैं अपने हसबैंड की पटीशन पाई आ, मेरा केस NBC को 15 जुलाई 2022 को अप्रूव हो गया, अजे तक इंटरव्यू नहीं आई, टाइम लगूगा जी। इनू काफ़ी टाइम लग रहा, बहुत स्लो है सिचुएशन, अजे ये बारे आप कुछ नहीं कह सकते कि कितना टाइम लगूगा। ये दसो जी कि जे वो कह रहे हैं कि बॉर्डर क्रॉस करके कोई लड़की आती है तो उन्होंने कैंप चों कितनी देर बाद छड्डदे आ। ये कोई फर्क नहीं है जी लड़की का या लड़के का, फैमिली का जरूर है। जिहड़े फैमिली हसबैंड वाइफ के बच्चे आते उन्होंने छेती छड्डण दे 72 घंटे जां छोटे बच्चों छड्डण दे जिहड़े 18 साल तो घੱਟ आ। पर जिहड़े वड्डी उम्र के आउंदे आ, चाहे वो मतलब बंदा आउंदा चाहे लेडीज़ आउंदियां ने, उन्हां दी सेम ही सिचुएशन आ। उन्हां नूं जिहड़े अड्ड-अड्ड कैंपां 'च लै जांदे आ ते उदों बाद उत्थे बयान हुंदे ने, कई कैंपां 'च नहीं भी बयान होंदे उदां भी छड्ड दिंदे, पर कोई गारंटी नहीं है कि जे लेडीज़ आउंदियां उन्होंने छेती छड्ड देणगे, इदां दी कोई गल नहीं। अगला सवाल है जी कि वर्क परमिट ते लोन मिल सकता कि नहीं। ये डिपेंड करता जी बैंक के उत्ते। जे तुहाडे कोल वर्क परमिट सोशल सिक्योरिटी नंबर है, कई बैंक लोन दे दिंदे आ पर कई नहीं दिंदे। ये अड्ड-अड्ड लोन प्रोग्राम अड्ड-अड्ड बैंकों के प्रोग्राम ने, सो इस करके ये तुहानूं जिहड़ा कोई लोन का ब्रोकर या रीयल एस्टेट ब्रोकर है ज़्यादा दस सकदा। अगला सवाल है जी कि F4 कैटेगरी 18 मार्च 2006 नूं साडा केस लग्या, कितना टाइम लगूगा। कहते मेरी एज 20 साल की है। हुण देखो अजे उत्थे 2005 चल रहा, इनू टाइम लगूगा, अजे होर साल लग सकता, पर तुहाडा चाइल्ड स्टैटस प्रोटैक्शन एक्ट कवर कर सकता जे तुसीं उहदियां जिहड़ियां शर्तां ने उहदे अंडर तुहाडा केस जिहड़ा हैगा वो आउंदा तां वो कीता जा सकदा। अगला सवाल है जी कि F2 जिहड़ी B कैटेगरी आ ਉਹਦੇ ਬਾਰੇ ਸਾਨੂੰ ਥੋੜੀ ਜੀ ਜਾਣਕਾਰੀ ਦਿਓ। F2 B कैटेगरी मैं दस के हटिया जी कि ग्रीन कार्ड होल्डर के ओवर 21 अनमैरिड बच्चों की कैटेगरी आ, उत्थे चल रहा जे 2015 तो उत्थे टाइम लग रहा बहुत स्लो है जे। सो देखते हैं कितनी तेज़ होंगी है ये जी मतलब कैटेगरी है। अगला सवाल है जी कि ये ग्रीन कार्ड होल्डर की इंटरव्यू कदों स्टार्ट होएगी, अजे नहीं कह सकते कदों स्टार्ट होएगी जी, बाकी तो इनू टाइम लगता क्योंकि जी अजे जी इंटरव्यूआं हो रही ने वो सिटीजन दियाँ हो रही ने, हसबैंड वाइफ दियाँ ग्रीन कार्ड में टाइम लग सकता। सो ये सी हुण दे जिहड़े थोड़े सवाल उन्होंने आपां जवाब देने की कोशिश की है। आस करते हैं कि तुहानूं प्रोग्राम पसंद आया होएगा। अगले वीक इस तरह ही मिलांगे जी इसे प्रोग्राम दे विच। सत श्री अकाल जी सारिआं नूं।